ਤੁਸੀਂ ਵੇਖ ਰਹੇ ਹੋ ਜਸ ਪੰਜਾਬੀ। ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ। ਜਿੰਨੇ ਵੀ ਦਰਸ਼ਕ ਇਸ ਪ੍ਰੋਗਰਾਮ ਨੂੰ ਵੇਖ ਰਹੇ ਨੇ, ਟੀਵੀ ਸੈੱਟ ਨੂੰ ਤੁਸੀਂ ਆਪਣੇ ਵੋਲਿਊਮ ਨੂੰ ਤੇਜ਼ ਵੀ ਕਰ ਲਓ ਔਰ ਕਿਸੇ ਚੈਨਲ ਦੇ ਉੱਤੇ ਸਵਿਚ ਨਾ ਕਰਿਓ, ਕਿਉਂਕਿ ਬਹੁਤ तमाम ਬ੍ਰੇਕਿੰਗ ਨਿਊਜ਼ ਵੈਨ ਇਟ ਕਮਸ ਟੂ ਰੀਅਲ ਏਸਟੇਟ ਉਹ ਸਾਰੀ ਸਰਗਰਮੀਆਂ ਅੱਜ ਤੁਹਾਨੂੰ ਦੱਸਣ ਵਾਲੇ ਆ। ਜੇਕਰ ਤੁਸੀਂ ਆਪਣਾ ਘਰ ਹਜੇ ਤੱਕ ਬਾਏ ਨਹੀਂ ਕੀਤਾ ਔਰ ਤੁਹਾਡਾ ਟੀਚਾ ਸੀਗਾ 2020 ਦੇ ਵਿੱਚ ਬਾਏ ਕਰਨ ਦਾ, ਬਟ कोविड-19 करके तुसी बाय नहीं कर पाए, तो यह प्रोग्राम तुहाडे लई बेहद जरूरी है। 2021 दे विच तुहाडा ओह सारा सुपना पूरा हो सकता है और सुपना पूरा कराउंदे हन हरमन सिंह जी, जिन्हां नूं कहा जा भी रहा मार्केट दे विच। पंजाब एवेन्यू की जद गल करिए रिचमंड हिल की, तो उत्थे जिहड़ा इन्हां दा दफ्तर है वह अजकल एक ही गल कह रहा है, घर लैना है या फिर मॉर्गेज करानी है, चलो हरमन सिंह जी दे कोल। सो असीं भी चलते हैं सीधा पंजाब एवेन्यू रिचमंड हिल हरमन सिंह जी दे कोल, और घर जिन्हां ने लैना है वो तुहानूं दस्सणगे किवें लै सकदे हो तुसीं अपना घर, और की गर्मी हैगी उन्हां दे ऑफिस दे विच, रियल एस्टेट जगत दे विच, मॉर्गेज जगत दे विच। आओ उन्हां तों जाणदे आ। द हॉट in the market and the two handsome sardars with me in this show. I welcome Harman Singh ji and Ramanpreet Singh Bindra ji. Raman, ਸਤਿ ਸ਼੍ਰੀ ਅਕਾਲ ਜੀ ਸਰ। कैंट टाई है ते कैंट ही तुसी पॉकेट स्क्वेयर लगाया होया, अज तां सारिਆਂ ਨੂੰ फेल करता। थैंक यू सो मच। हरमन जी की हाल चाल है तुहाडा? बहुत वधिया जी, वेरी गुड। सਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਮੇਰੀ ਦਰਸ਼ਕਾਂ ਨੂੰ ਦੁਬਾਰਾ ਐਵਰੀ ਥਰਸਡੇ ਅਸੀਂ ਆਨੇ ਆ ਤੇ ਜਿਵੇਂ ਅਸੀਂ ਕਿ ਤੁਹਾਡਾ ਪ੍ਰੋਗਰਾਮ ਇਜ਼ ਵੈਰੀ ਗੁੱਡ ਫॉर ਅਸ ਕਿ ਸਾਡੇ ਵਾਸਤੇ ਵੀ ਅੱਛਾ ਹੋਵੇ, ਕਮਿਊਨਿਟੀ ਵਾਸਤੇ ਵੀ ਅੱਛਾ ਹੋਵੇ। ਇਟਸ ਅ ਵੈਰੀ ਗੁੱਡ ਜਿਹੜਾ ਮੈਥਡ ਤੁਸੀਂ ਸਾਡੇ ਵਾਸਤੇ ਲੈ ਕੇ ਆਏ ਹੋ ਕਿ ਜਸ ਪੰਜਾਬੀ ਐਂਡ ਹਰਕੀਰਤ ਇਜ਼ ਮੋਰ ਪਪੂਲਰ ਫॉर ਅਸ ਸਾਡੇ ਵਾਸਤੇ। ਤੇ ਕਰੰਟਲੀ ਜੋ ਅਸੀਂ ਮਾਰਕੀਟ ਦੀ ਗੱਲ ਚੱਲ ਰਹੀ ਹੈ ਕਿ ਅੱਜ ਕੱਲ ਜੋ ਹੈ ਵੈਦਰ ਖੁੱਲ ਰਿਹਾ ਹੈ, ਤੇ ਜਿਵੇਂ ਅਸੀਂ ਗੱਲ ਕਰਦੇ ਹਾਂ ਐਵਰੀ ਵੀਕ ਕਿ ਬਈ ਕੋਵਿਡ ਤੋਂ ਬਾਅਦ ਉਹਦਾ ਇੰਪੈਕਟ ਕੀ ਹੈ। ਕੋਵਿਡ ਵੇਲੇ ਇੰਨੀ ਮਾਰਕੀਟ ਬਿਜ਼ੀ ਸੀ ਲਾਸਟ ਈਅਰ, ਸੋ ਨਾਓ ਦਿਸ ਈਅਰ ਵੀ ਐਕਸਪੈਕਟਿੰਗ ਦ ਮਾਰਕੀਟ ਟੂ ਬੀ ਵੇ ਮੋਰ ਬਿਜ਼ੀ। हरमन जी गल कही जाती है कि घर वाली बार बार कहती है कि घर नहीं दवाया, तो घर वाली बार बार कहती है हरमन सिंह नूं कॉल नहीं लाया, तो हुण कॉल आ रहे हैं। लोगों का की कुछ रुझान है, लोग की पुछ रहे हैं एंड वट दे आर आस्किंग एंड वट आर देयर एक्सपेक्टेशंस फ्रॉम यू नाउ? ਸਾਨੂੰ ਜੀ ਐਵਰੇਜ ਡੇ ਦੇ ਵਿੱਚ ਸਾਨੂੰ ਜਿਹੜੀ ਆਪਣੀ ਕਮਿਊਨਿਟੀ ਦੀ ਅਸੀਂ ਵੀ ਸਾਡਾ ਕੰਮ ਬਾਕੀ ਡਿਫਰੈਂਟ ਕਮਿਊਨਿਟੀਜ਼ਾਂ ਵੀ ਹੈਗਾ ਵੇ, ਸਾਨੂੰ ਜਿਹੜੀ ਆਪਣੀ ਕਮਿਊਨਿਟੀ ਦੀ ਸਾਨੂੰ ਐਵਰੇਜ ਡੇਲੀ ਬੇਸਿਸ ਤੇ ਉੱਤੇ 4-5 ਕਾਲਾਂ ਜ਼ਰੂਰ ਆਉਂਦੀਆਂ ਨੇ ਕਿ ਜਿਹੜੇ ਕਿ ਵੀ ਅਸੀਂ ਘਰ ਲੈਣਾ ਹੈ ਜਾਂ ਰੀਫਾਈਨੈਂਸ ਕਰਾਉਣਾ ਹੈ। ਜਿਹੜੀਆਂ ਤੇ ਮੋਰਲੀ ਅੱਜ ਕੱਲ੍ਹ ਕੀ ਆ ਰਿਹਾ ਕਿ ਵੀ ਜਿਵੇਂ ਅਸੀਂ ਲਾਸਟ ਈਅਰ ਡੈਂਸਿਟੀ ਏਰੀਆ 'ਚੋਂ ਨਿਕਲਣਾ ਚਾਹੁੰਦੇ ਹਾਂ, ਤੇ ਸਭ ਦਾ ਕੁਐਸਚਨ ਆਉਂਦਾ ਹੈ ਕਿ ਜਿਵੇਂ ਅਸੀਂ ਟੀਵੀ ਤੇ ਬੋਲਦੇ ਹਾਂ ਕਿ ਘੱਟ ਡਾਊਨ ਪੇਮੈਂਟ ਹੈ, ਪੈਸੇ ਅਗਰ ਘੱਟ ਨੇ ਤਾਂ ਵੀ ਤੁਸੀਂ ਘਰ ਲੈ ਸਕਦੇ ਹੋ। ਤੇ ਉਹ ਇੱਕ ਜਿਹੜਾ ਸਲੋਗਨ ਹੈ ਮਨ ਬਣਾਓ ਤੇ ਆ ਜਾਓ, ਉਹ ਸਲੋਗਨ ਕਾਫੀ ਪਪੂਲਰ ਚੱਲ ਰਿਹਾ ਤੇ ਸਾਡੇ ਕੋਲ ਉਹਦਾ ਇੰਪੈਕਟ ਵੀ ਹੋ ਰਿਹਾ ਹੈ ਕਿ ਸਲਾਹ ਲੈਣ ਵਾਸਤੇ ਕਾਫੀ ਟਾਈਮ ਲੋਕ ਆਉਂਦੇ ਨੇ। ਕਈ ਲੋਕ ਨਹੀਂ ਕੁਆਲੀਫਾਈ ਕਰਦੇ, ਮਗਰ ਅਸੀਂ ਉਹਨਾਂ ਨੂੰ ਗਾਈਡ ਕਰਦੇ ਨੇ ਵੀ ਤੁਸੀਂ ਇਹ ਸਟੈਪ ਚੁੱਕੋ, how to qualify, how to buy a house 6 months or 1 year from now। ਤੇ ਉਹ ਇਹਦੇ ਕਿ ਅਗਰ ਅੱਜ ਨਹੀਂ ਮਿਲੇਗਾ 6 ਮਹੀਨੇ ਬਾਅਦ ਮਿਲ ਜਾਏਗਾ, ਉਹਦੀ ਤਿਆਰੀ ਕਰਨੀ ਸ਼ੁਰੂ ਕਰ ਦਿਓ। ਤੇ ਕਾਲਸ ਵਧ ਰਹੀਆਂ ਨੇ ਕਿਉਂਕਿ ਵੈਦਰ ਵੀ ਖੁੱਲ ਰਿਹਾ ਹੈ, ਇੰਪੈਕਟ ਵੀ ਕੋਵਿਡ ਦਾ ਘਟਦਾ ਜਾ ਰਿਹਾ ਹੈ, ਵੈਕਸੀਨੇਸ਼ਨ ਹੋ ਰਹੀ ਹੈ, ਪਬਲਿਕ ਕੌਨਫੀਡੈਂਸ ਬਹੁਤ ਜ਼ਿਆਦਾ ਹੋ ਰਿਹਾ ਕਿਉਂਕਿ ਵੈਕਸੀਨੇਸ਼ਨ ਕਰਕੇ ਕਾਫੀ ਹੁਣ ਜਿਹੜਾ ਉਹਨਾਂ ਡਰ ਨਹੀਂ ਸੀਗਾ ਪਹਿਲੇ ਕਿ ਤੁਸੀਂ ਕਿਹਨੂੰ ਮਿਲ ਰਹੇ ਹੋ ਨਹੀਂ ਮਿਲ ਰਹੇ ਹੋ। ਅਗਰ ਤੁਹਾਨੂੰ ਕੋਵਿਡ ਹੋਇਆ, ਤੁਸੀਂ ਐਂਟੀਬਾਡੀ ਹੈਗੇ ਹੋ ਜਾਂ ਤੁਸੀਂ ਅਗਰ ਵੈਕਸੀਨ ਲਵਾਈ ਹੋਈ ਹੈ, ਥੋੜਾ ਮਨ ਥੋੜਾ ਜਿਹਾ ਹਲਕਾ ਹੋ ਜਾਂਦਾ, ਸਟਰੋਂਗਰ ਹੋ ਜਾਂਦਾ ਕਿ ਵੀ ਉਹ ਫੀਅਰ ਨਹੀਂ ਹੈ। So market is getting opening up and is getting very busy right now. Bilkul, and I can see the transformation in Raman also. Like it's been 2 years, 2 ਸਾਲ ਹੋ ਗਏ ਹੁਣ ਮੈਂ ਰਮਨ ਨੂੰ ਵੇਖਦੇ ਹੋਏ, ਔਰ ਕਈ ਸਾਰੀ ਜਾਣਕਾਰੀਆਂ ਹਰਮਨ ਸਿੰਘ ਜੀ ਤੁਸੀਂ ਦਰਸ਼ਕਾਂ ਨੂੰ ਵੀ ਦਿੱਤੀਆਂ ਜਿਨ੍ਹਾਂ ਨੂੰ ਨਹੀਂ ਪਤਾ ਸੀਗਾ। ਆਈ ਥਿੰਕ ਮੌਰਗੇਜ ਦੀ ਐਜੂਕੇਸ਼ਨ ਔਰ ਰੀਅਲ ਏਸਟੇਟ ਦੀ ਐਜੂਕੇਸ਼ਨ ਵੀ ਬੇहद ਜ਼ਰੂਰੀ ਹੈ। ਜਸ ਪੰਜਾਬੀ ਆਪਣੀ ਜ਼ਿੰਮੇਵਾਰੀ ਸਮਝਦਾ ਹੋਇਆ ਇਹ ਸ਼ੋਅ ਜ਼ਰੂਰ ਲੈ ਕੇ ਆਉਂਦਾ। ਬਟ ਰਮਨ, ਆਈ ਕੈਨ ਸੀ ਅ ਟਰਾਂਸਫੋਰਮੇਸ਼ਨ ਇਨ ਯੂ ਬਾਈ ਚੈਕਿੰਗ ਯੂਰ WhatsApp, ਯੂ ਨੋ, ਅਤੇ ਉਹ ਟਰਾਂਸਫੋਰਮੇਸ਼ਨ ਦੇ ਬਾਰੇ ਥੋੜਾ ਜਿਹਾ ਮੈਨੂੰ ਦੱਸੋ ਕਿ ਹੁਣ 2 ਸਾਲ ਦੇ ਵਿੱਚ 2018 ਤੋਂ ਲੈ ਕੇ 2019 ਤੋਂ ਲੈ ਕੇ ਹੁਣ ਕੀ ਕੁਝ ਚੇਂਜ ਆਇਆ ਤੁਹਾਡੀ ਲਾਈਫ ਦੇ ਵਿੱਚ? ਜੀ ਡੈਫੀਨਿਟਲੀ ਜੀ, ਪਹਿਲੇ ਤੇ ਸਾਰੇ ਜਸ ਪੰਜਾਬੀ ਦੇ ਦਰਸ਼ਕਾਂ ਨੂੰ ਮੇਰੀ ਸਤਿ ਸ਼੍ਰੀ ਅਕਾਲ ਤੇ ਥੈਂਕ ਯੂ ਸੋ ਮਚ ਹਰਕੀਰਤ ਜੀ, ਜੋ ਤੁਸੀਂ ਇਹ ਸ਼ੋਅ ਹਰ ਵੀਕ ਲੈ ਕੇ ਆਉਂਦੇ ਹੋ ਤੇ ਨੌਲੇਜ ਸਾਰਿਆਂ ਨੂੰ ਵੰਡਦੇ ਹੋ ਕਿ ਹਾਂ ਵੀ ਰੀਅਲ ਏਸਟੇਟ ਦੇ ਰਿਗਾਰਡਿੰਗ। ਤੇ ਤੁਸੀਂ ਜਿਵੇਂ ਕਹਿ ਰਹੇ ਹੋ, ਮੇਰਾ ਰੀਅਲ ਏਸਟੇਟ ਦੇ ਰਿਲੇਟਡ ਕੋਈ ਬੈਕਗਰਾਉਂਡ ਨਹੀਂ ਸੀ। ਮੈਂ ਇੰਜੀਨੀਅਰਿੰਗ ਬੈਕਗਰਾਉਂਡ ਤੋਂ ਹੈਗਾ ਵਾ, ਤੇ ਜਦ ਮੈਂ ਆਇਆ ਹਰਮਨ ਜੀ ਨੇ ਮੈਨੂੰ ਰੀਅਲ ਏਸਟੇਟ ਦੀ ਇੰਡਸਟਰੀ ਬਾਰੇ ਨੌਲੇਜ ਦਿੱਤੀ ਐਂਡ ਅਪੈਰੈਂਟਲੀ ਉਹਨਾਂ ਨੇ ਮੈਨੂੰ ਨਾਲ ਸਟੈਪ ਬਾਏ ਸਟੈਪ ਹਰ ਇੱਕ ਚੀਜ਼ ਬਾਰੇ ਦੱਸਿਆ ਵੀ ਤੇ ਸਮਝਾਇਆ ਵੀ ਕਿ ਕਿਵੇਂ ਕਲਾਇੰਟ ਨੂੰ ਨੌਲੇਜ ਦਿੱਤੀ ਜਾਂਦੀ ਹੈ ਕਿ ਹਾਂ ਇੱਕ ਬੰਦਾ ਜਿਹੜਾ ਕਿ ਆਪਣੀ ਲਾਈਫ ਲੌਂਗ ਇਨਵੈਸਟਮੈਂਟ ਲਾ ਰਿਹਾ ਹੁੰਦਾ ਹੈ ਕਿ ਆਪਣੀ ਸੁਪਨਿਆਂ ਦਾ ਘਰ ਜਿਹਨੂੰ ਕਿਹਾ ਜਾਂਦਾ ਹੈ, ਉਹ ਆਪਣਾ ਸੁਪਨਾ ਪੂਰਾ ਕਰ ਰਿਹਾ ਹੁੰਦਾ ਹੈ ਤੇ ਉਹ ਕਿਵੇਂ ਚੀਜ਼ ਪੂਰੀ ਹੁੰਦੀ ਹੈ।
ਬਟ ਅਪੈਰੈਂਟਲੀ ਤੁਸੀਂ ਜਦ ਮੇਰੀ ਗੱਲ ਕਰ ਰਹੇ ਹੋ ਤੇ ਮੈਂ ਇੱਕ ਜਦ ਨਵਾਂ ਆਇਆ ਸੀ ਰੀਅਲ ਏਸਟੇਟ ਇੰਡਸਟਰੀ ਦੇ ਵਿੱਚ, ਜੋ ਕਿ ਮੈਂ ਦੂਸਰੀ ਬ੍ਰੋਕਰੇਜਸ ਵੀ ਵੇਖਿਆ ਸੀ, ਜੋ ਮੇਰੇ ਨਾਲ ਦੇ ਜਿਨ੍ਹਾਂ ਨੇ ਜੁਆਇਨ ਕੀਤਾ, ਉਹਨਾਂ ਨੂੰ ਬਹੁਤ ਟਫ ਟਾਈਮ ਦੇਖਣਾ ਪਿਆ ਲੀਡਸ ਵਾਸਤੇ ਤੇ ਲੀਡਸ ਨੂੰ ਮੈਚੁਰ ਕਰਨ ਵਾਸਤੇ, ਕਿਉਂਕਿ ਲੀਡਸ ਮਾਰਕੀਟ ਦੇ ਵਿੱਚ ਈਜ਼ੀਲੀ ਅਵੇਲੇਬਲ ਨਹੀਂ ਹੁੰਦੀਆਂ। ਤੇ ਸਾਡੇ ਆਫਿਸ ਦੇ ਵਿੱਚ ਹਰਮਨਵੀਰ ਜੀ ਇਹ ਚੀਜ਼ ਨੂੰ ਹਮੇਸ਼ਾ ਪ੍ਰਾਇੋਰਟੀ ਦਿੰਦੇ ਨੇ ਕਿ ਹਰ ਬੰਦਾ ਜੋ ਵੀ ਅਗਰ ਉਹਨਾਂ ਨੂੰ ਜੁਆਇਨ ਕਰਦਾ ਹੈ, ਪਹਿਲੀ ਗੱਲ ਤੇ ਉਹ ਉਹਨਾਂ ਦੇ ਵਾਸਤੇ ਉਹਨਾਂ ਦੀ ਫੈਮਿਲੀ ਦੇ ਵਿੱਚ ਉਹ ਦਿਲ ਖੋਲ ਕੇ ਵੈਲਕਮ ਕਰਦੇ ਨੇ, ਤੇ ਉਸ ਤੋਂ ਬਾਅਦ ਉਹ ਟਾਈਮ ਟੂ ਟਾਈਮ ਨੌਲੇਜ ਦੇ ਨਾਲ ਇੰਨੇ ਲੀਡਸ ਦਿੰਦੇ ਨੇ ਕਿ ਅਸੀਂ ਇੰਨੇ ਜ਼ਿਆਦਾ ਬਿਜ਼ੀ ਹੁੰਨੇ ਆ। ਅਪੈਰੈਂਟਲੀ ਲਾਸਟ ਈਅਰ ਵਾਸ ਮਾਈ ਫਰੈਸ਼ ਈਅਰ ਇਨ ਦਿਸ ਇੰਡਸਟਰੀ, ਐਂਡ ਜਿੱਥੇ ਕਿ ਜੋ ਮੇਰੀ ਆਪਣੀ ਪਰਸਨਲ ਲੈਵਲ ਤੇ ਐਕਸਪੈਕਟੇਸ਼ਨ ਸੀ ਦੁਨੀਆ ਨੂੰ ਦੇਖ ਕੇ that it would be a very tough time for me, he made sure that I actually ended up with the 2020 with not even a golden, I'll say with a diamond spoon. ਕਿਆ ਬਾਤ ਹੈ, ਕਿਆ ਬਾਤ ਹੈ। ਇਹ ਹੁਣ ਤੁਹਾਡੇ ਬੋਲਣ ਤੋਂ ਵੀ ਪਤਾ ਲੱਗ ਰਿਹਾ ਕਿ ਕਿੰਨਾ ਫਲੋ ਆ ਗਿਆ, ਔਰ ਇਹ ਜਿਹੜੀ ਤੁਹਾਡੀ ਹੁਣ ਬੋਲਣ ਦੀ ਪਿਚ ਹੈਗੀ ਹੈ, ਆਈ ਕੈਨ ਰੀਅਲੀ ਸੀ ਕਿ ਤੁਸੀਂ ਆਪਣੇ ਕਲਾਇੰਟਸ ਨੂੰ ਵੀ ਹੈਪੀਲੀ ਸੈਟੀਸਫਾਈ ਕਰਦੇ ਹੋਵੋਗੇ, ਸਿਰਫ ਬੋਲ ਕੇ ਹੀ ਨਹੀਂ, ਉਹਨਾਂ ਨੂੰ ਕੰਮ ਦਿਖਾ ਕੇ ਵੀ। ਰਮਨ, ਜਦ ਮੈਂ ਕਲੋਜ਼ਿੰਗਸ ਦੀ ਗੱਲ ਕਰਾਂ ਤੁਹਾਡੇ ਨਾਲ, ਤੇ ਕਲੋਜ਼ਿੰਗਸ ਬਾਰੇ ਥੋੜਾ ਜਿਹਾ ਮੈਨੂੰ ਦੱਸੋ, ਤੁਹਾਡਾ ਕਿਵੇਂ ਐਕਸਪੀਰੀਅੰਸ ਰਿਹਾ ਨਿਊਯਾਰਕ ਦੇ ਵਿੱਚ ਵਰਕਿੰਗ ਵਿਦ ਓਮਨੀ ਰਿਐਲਿਟੀ, ਵਰਕਿੰਗ ਵਿਦ ਓਮਨੀ ਮੋਰਟਗੇਜ? ਜੀ ਬਿਲਕੁਲ, ਸਭ ਤੋਂ ਵੱਡੀ ਗੱਲ ਆਂਦੀ ਹੈ ਹਰਕੀਰਤ ਵੀਰ ਜੀ ਕਿ ਅਸੀਂ ਇੱਕੋ ਰੂਫ ਦੇ ਥੱਲੇ, ਜੋ ਪੰਜਾਬ ਐਵਨਿਊ ਦੇ ਉੱਤੇ ਸਾਡਾ ਆਫਿਸ ਹੈਗਾ ਆਪਣਾ ਰਿਚਮੰਡ ਹਿੱਲ ਦੇ ਵਿੱਚ, ਉੱਥੇ ਇੱਕ ਕਲਾਇੰਟ ਜਦੋਂ ਆਂਦਾ ਹੈ ਤੇ ਉਹ ਆਪਣੀ ਟੈਕਸ ਰਿਟਰਨਸ ਵਗੈਰਾ ਲੈ ਕੇ ਆਂਦਾ ਹੈ, ਜਾਂ ਜਿਸ ਵੀ ਪ੍ਰੋਸੈਸ ਦੇ ਉੱਤੇ ਉਹਨੇ ਆਪਣੀ ਮੌਰਗੇਜ ਕਰਾਣੀ ਹੁੰਦੀ ਹੈ, ਉਹ ਐਂਟਰ ਕਰਦਾ ਹੈ ਔਰ ਉਹ ਕਹਿੰਦਾ ਹੈ ਹਰਮਨਵੀਰ ਜੀ ਨੂੰ ਕਿ ਮੈਨੂੰ ਮੇਰੇ ਸੁਪਨਿਆਂ ਦਾ ਘਰ ਤੁਸੀਂ ਲੈ ਕੇ ਦੇਣਾ ਹੈ। ਤੇ ਉਸ ਤੋਂ ਬਾਅਦ ਹਰਮਨਵੀਰ ਜੀ ਜਦ ਸਾਨੂੰ ਦੱਸਦੇ ਨੇ ਕਿ ਹਾਂ ਵੀ ਮੇਕ ਸ਼ੋਰ ਕਿ ਬੰਦਾ ਹੈਪੀਲੀ ਆਪਣੇ ਘਰ ਦੇ ਵਿੱਚ ਜਾ ਕੇ ਸੈਟਲ ਹੋਵੇ, ਐਂਡ ਯੂ ਹੈਵ ਟੂ ਮੇਕ ਸ਼ੋਰ ਕਿ ਕਦੀ ਵੀ ਕਲਾਇੰਟ ਦੇ ਨਾਲ ਕੁਝ ਇਹੋ ਜੀ ਨਾ ਕਦੀ ਕੋਈ ਗੱਲ ਕਰਨੀ ਹੈ ਤੇ ਨਾ ਕਦੀ ਕਲਾਇੰਟ ਨੂੰ ਫੈਮਿਲੀ ਤੋਂ ਬਾਹਰ ਕਦੀ ਨਹੀਂ ਸਮਝਣਾ। ਕਲਾਇੰਟ ਇਜ਼ ਆਲਵੇਜ਼ ਰਾਈਟ, ਸੋ ਜੋ ਕਲਾਇੰਟ ਦੱਸੇ ਉਹ ਹਮੇਸ਼ਾ ਚੀਜ਼ ਨੂੰ ਪ੍ਰਾਇੋਰਟੀ ਤੇ ਰੱਖੋ ਤੇ ਜੋ ਉਹਦੀ ਰਿਕੁਆਇਰਮੈਂਟ ਹੈ ਉਹਨੂੰ ਫੁੱਲਫਿਲ ਕਰੋ। ਤੇ ਉਹਦੇ ਕਰਕੇ ਫਾਇਦਾ ਕੀ ਹੁੰਦਾ ਹੈ ਕਿ ਅਸੀਂ ਸਟੈਪ ਬਾਏ ਸਟੈਪ ਜਿਵੇਂ ਕਲਾਇੰਟ ਨੂੰ ਗਾਈਡ ਕਰਨੇ ਆ, ਤੇ ਉੱਥੋਂ ਲੈ ਕੇ ਉਹਨਾਂ ਦੀ ਮੌਰਗੇਜ ਕੰਪਲੀਸ਼ਨ ਤੱਕ, ਇੱਥੇ ਤੱਕ ਕਿ ਉਹਨਾਂ ਦੀ ਕਲੋਜ਼ਿੰਗ ਡੇਟ ਤੱਕ ਵੀ ਅਸੀਂ ਉਹਨਾਂ ਨੂੰ ਆਪ ਲੈ ਕੇ ਜਾਂਦੇ ਆ ਕਿ ਆਓ ਜੀ ਤੁਹਾਡੀ ਕਲੋਜ਼ਿੰਗ ਕਰਾ ਕੇ ਤੁਹਾਡੇ ਸੁਪਨਿਆਂ ਦੇ ਘਰ ਦੀ ਚਾਬੀ ਤੁਹਾਡੇ ਹੱਥ 'ਚ ਦੇ ਕੇ ਤੇ ਨਾਲੇ ਮਠਾਈ ਦਾ ਡੱਬਾ ਲੈ ਕੇ ਤੁਹਾਡੇ ਘਰ ਜਾਵਾਂਗੇ ਤੇ ਹਾਂਜੀ ਜੀ ਮੱਥਾ ਟੇਕ ਕੇ ਹੀ ਵਾਪਸ ਆਵਾਂਗੇ। ਸਾਨੂੰ ਅੱਜ ਤੱਕ ਮਿਠਾਈ ਦਾ ਡੱਬਾ ਇੱਕ ਨਹੀਂ ਆਇਆ। ਤੁਸੀਂ ਦੱਸੋ ਕਿਹੜਾ ਖਾਣਾ ਪਸੰਦ ਕਰਦੇ? ਦੇਖੋ ਜੀ, ਤੁਹਾਡੇ ਰਿਚਮੰਡ ਹਿੱਲ ਦੇ ਉੱਤੇ ਪੰਜਾਬੀ ਢਾਬਾ ਕੀ, ਆਪਣਾ ਵਿਰਸਾ ਰੈਸਟੋਰੈਂਟ ਕੀ, ਇੰਨੇ ਸਾਰੇ ਸਤਿਗੁਰੂ ਸਵੀਟਸ ਕੀ, ਇੰਨੇ ਸਾਰੇ ਮਿਠਾਈ ਦੇ ਡੱਬੇ ਜਿੱਥੇ ਕਿੱਥੋਂ ਵੀ ਮਿਲ ਸਕਦੇ ਆ, ਤੁਸੀਂ ਸਾਨੂੰ ਜ਼ਰੂਰ ਇੱਕ ਡੱਬਾ ਜ਼ਰੂਰ ਭਿਜਵਾਇਓ। ਪਰ ਖੈਰ ਅੱਜ ਕੱਲ ਡਾਈਟਿੰਗ ਦੇ ਉੱਤੇ ਕਾਫੀ ਧਿਆਨ ਦਿੱਤਾ ਹੋਇਆ। ਪਰ ਹਰਮਨ ਜੀ, ਕਮਿੰਗ ਬੈਕ ਟੂ ਅਗੇਨ ਦਿਸ ਕੁਐਸਚਨ ਕਿ ਬਈ ਲੋਕ ਜਿਹੜੇ ਨੇ ਉਹ ਇਸ ਸਾਲ ਆਪਣਾ ਮਨ ਕਿਵੇਂ ਬਣਾਉਣ, ਕਿਉਂਕਿ ਹੁਣ ਟੈਕਸ ਫਾਈਲ ਦਾ ਵੀ ਸੀਜ਼ਨ ਹੈ, ਕਿ ਉਹ ਆਪਣੀ ਟੈਕਸ ਫਾਈਲ ਤੋਂ ਬਾਅਦ ਤੁਹਾਡੇ ਕੋਲ ਆਉਣ ਜਾਂ ਤਾਂ ਉਸ ਤੋਂ ਪਹਿਲਾਂ ਤੁਹਾਡੇ ਤੋਂ ਐਡਵਾਈਸ ਲੈ ਲੈਣ, ਕਿਉਂਕਿ 15 ਅਪ੍ਰੈਲ ਤੱਕ ਜਿਹੜੀ ਹੈ ਉਹ ਲਾਸਟ ਡੇਟ ਹੈ ਔਰ ਵਿੱਚ ਵਿਚਾਲੇ ਲੋਕਾਂ ਨੇ ਆਪਣੀ ਟੈਕਸ ਵੀ ਫਾਈਲ ਕਰਨੀ ਹੈ। ਸੋ ਵਾਟ ਸ਼ੁੱਡ ਦੇ ਕੀਪ ਇਨ ਮਾਈਂਡ? ਮੈਂ ਲਾਸਟ ਟਾਈਮ ਵੀ ਪੁੱਛਿਆ ਸੀ, ਕਿਉਂਕਿ ਲੋਕਾਂ ਦੀ ਕਈ ਵਾਰੀ ਹੁੰਦੀ ਹੈ ਕਿ ਅਸੀਂ ਟੈਕਸ ਜਿਹੜਾ ਹੈਗਾ ਇਸ ਵਾਰ ਕਿਸ ਤਰੀਕੇ ਨਾਲ ਭਰੀਏ। ਦੇਖੋ, ਪਹਿਲਾ ਫਸਟ ਸਟੈਪ ਹੈ ਕਿ ਤੁਸੀਂ ਮਾਈਂਡ ਬਣਾਇਆ ਹੈ ਤੇ ਤੁਸੀਂ ਟੈਕਸ ਜਿਹੜਾ ਹੈ ਵੈਰੀ ਇੰਪੋਰਟੈਂਟ ਪਾਰਟ ਹੁੰਦਾ ਹੈ ਕਿ ਤੁਸੀਂ ਟੈਕਸ ਰਿਟਰਨ ਫਾਈਲ ਕਰਨੀ ਹੈ। ਤੇ ਸਾਡੇ ਕੋਲ ਪਹਿਲੇ ਆਓ ਕਿ ਟੈਕਸ ਰਿਟਰਨ ਫਾਈਲ ਨਾ ਕਰੋ। ਅਗਰ ਫਾਈਲ ਕਰਤੀ ਤੇ ਫਿਰ ਤੇ ਉਹ ਟੈਕਸ ਰਿਟਰਨ ਹੋ ਗਈ, ਉਸੇ ਇਨਕਮ ਤੇ ਸਾਨੂੰ ਕੁਆਲੀਫਾਈ ਕਰਨਾ ਪੈਂਦਾ ਵੇ। ਤੇ ਤੁਸੀਂ ਉਸ ਕਰਕੇ ਪਹਿਲੇ ਸਾਡੇ ਕੋਲ ਆ ਜਾਓ, ਲਾਸਟ ਈਅਰ ਦੀ 2019 ਦੀ ਟੈਕਸ ਰਿਟਰਨ ਲੈ ਕੇ ਆ ਜਾਓ। ਉਹਦੀ ਬੇਸ ਤੇ ਕਿ ਤੁਹਾਡੀ ਨੀਡਸ ਕੀ ਹੈਗੀਆਂ ਨੇ, ਤੁਸੀਂ ਕਿਸ ਟਾਈਪ ਦਾ ਘਰ ਲੱਭ ਰਹੇ ਹੋ, ਕਿਹੜੇ ਦੇ ਚ ਲੱਭ ਰਹੇ ਹੋ, ਕਿੰਨੀ ਡਾਊਨ ਪੇਮੈਂਟ ਹੈ, ਕਿੰਨੇ ਪ੍ਰੋਪਰਟੀ ਟੈਕਸਸ ਨੇ, ਕਿੰਨੀ ਤੁਹਾਡੀ ਇੰਸ਼ੋਰੈਂਸ ਬਣੇਗੀ, ਕਿੰਨੀਆਂ ਤੁਹਾਡੀਆਂ ਲਾਇਬਿਲਿਟੀ ਨੇ, ਅਗਰ ਕਾਰ ਪੇਮੈਂਟ ਹੈਗੀ ਹੈ ਤੇ ਉਹ ਸਾਰਾ ਅਸੀਂ ਫੈਕਟਰ ਕਾਊਂਟ ਕਰਕੇ ਸਾਨੂੰ ਪਤਾ ਲੱਗ ਜਾਂਦਾ ਕਿ ਵੀ ਇੰਨੀ ਇਨਕਮ ਸਾਨੂੰ ਚਾਹੀਦੀ ਹੈ। ਤੇ ਅਗਰ ਤੁਸੀਂ ਉਸ ਇਨਕਮ ਦੇ ਨੇੜੇ ਤੇੜੇ ਹੈਗੇ ਹੋ, ਥੋੜੀ ਟਵਿਕ ਕਰਕੇ ਥੋੜੀ ਵਧਾਣੀ ਹੈ ਤੇ ਤੁਸੀਂ ਇਨਕਮ ਕਰਤੀ, ਉਹਦੇ ਨਾਲ ਕੀ ਹੁੰਦਾ ਕਿ ਤੁਸੀਂ ਟੈਕਸ ਤੁਹਾਨੂੰ ਥੋੜਾ ਆਇਆ ਰਸਤਾ ਥੋੜਾ ਜ਼ਰੂਰ ਜ਼ਿਆਦਾ ਥੋੜਾ ਪੈ ਜਾਏਗਾ ਕਿ ਉਹ ਤੁਸੀਂ ਜਿਹੜਾ ਘਰ ਮਨ ਬਣਾ ਰਹੇ ਹੋ ਉਹ ਘਰ ਤੁਹਾਨੂੰ ਮਿਲ ਜਾਏਗਾ। ਤੇ ਅਗਰ ਤੁਸੀਂ ਟੈਕਸ ਰਿਟਰਨ ਨਹੀਂ ਫਾਈਲ ਕੀਤੀ ਜਾਂ ਤੁਸੀਂ ਇਨਕਮ ਨਹੀਂ ਸ਼ੋ ਕੀਤੀ ਤੇ ਤੁਸੀਂ ਕਰ ਲੈਣਾ ਚਾਹੁੰਦੇ ਹੋ, ਉਹਦੇ ਸੇ ਨੋ ਟੈਕਸ ਰਿਟਰਨ ਨੋ ਇਨਕਮ ਪ੍ਰੋਗਰਾਮ ਹੁੰਦੇ ਨੇ ਜਿਹੜੇ ਕਿ ਇੰਟਰਸਟ ਰੇਟ ਬਹੁਤ ਜ਼ਿਆਦਾ ਨੇ, ਮਤਲਬ ਘਰ ਤੁਹਾਨੂੰ ਮਿਲ ਜਾਏਗਾ ਮਗਰ ਰੇਟ ਆਲਮੋਸਟ ਡਬਲ ਹੁੰਦੇ ਨੇ। ਇਸ ਟਾਈਮ ਜਿਵੇਂ 3% ਰੇਟ ਚੱਲ ਰਹੇ ਨੇ ਤੇ ਉਹ ਆਲਮੋਸਟ 5.5 ਦੇ ਆਸ-ਪਾਸ ਹੁੰਦੇ ਨੇ। ਬਟ ਵੀ ਸਾਡੇ ਕੋਲ ਕਲਾਇੰਟ ਹੈਗੇ ਨੇ ਜਿਹੜੇ ਕਿ ਬਦੇ ਵੀ ਟੈਕਸ ਰਿਟਰਨ ਅਸੀਂ ਨਹੀਂ ਫਾਈਲ ਕਰ ਸਕਦੇ ਕਿ ਸਾਡੇ ਕੋਲ ਇਸ਼ੂ ਹੈਗੇ ਨੇ, ਕੋਈ ਬਿਜ਼ਨਸ ਦੇ ਇਸ਼ੂ ਹੈਗੇ ਨੇ ਤੇ ਸਾਨੂੰ ਬਿਨਾਂ ਟੈਕਸ ਰਿਟਰਨ ਦੇ ਲੋਨ ਚਾਹੀਦਾ ਹੈ। ਉਹਦੇ ਵਾਸਤੇ ਤੁਹਾਨੂੰ ਨੋ ਇਨਕਮ ਲੋਨ ਕਰਨਾ ਪੈਂਦਾ ਵੇ। ਡਾਊਨ ਪੇਮੈਂਟ ਥੋੜੀ ਜ਼ਿਆਦਾ ਦੇਣੀ ਪੈਂਦੀ ਹੈ, 25% ਤੋਂ 35%। ਮਗਰ ਅਗਰ ਤੁਸੀਂ ਡਾਊਨ ਪੇਮੈਂਟ ਘੱਟ ਦੇਣੀ ਹੈ ਤੇ ਕਰ ਲੈਣਾ ਚਾਹੁੰਦੇ ਹੋ ਗੁੱਡ ਇੰਟਰਸਟ ਰੇਟ ਦੇ ਉੱਤੇ, ਤੇ ਬਿਫੋਰ ਆਪਣੇ ਅਕਾਊਂਟੈਂਟ ਕੋਲ ਜਾਓ, ਸਾਡੇ ਕੋਲ ਆਓ, ਤੁਹਾਨੂੰ ਅਸੀਂ ਗਾਈਡ ਕਰਾਂਗੇ। ਤੁਸੀਂ ਆਪਣੀ ਇੱਕ ਡਰਾਫਟ ਕਾਪੀ ਟੈਕਸ ਰਿਟਰਨ ਦੀ ਬਣਵਾਓ, ਸਾਨੂੰ ਡਰਾਫਟ ਕਾਪੀ ਦਿਖਾ ਦਿਓ। ਅਸੀਂ ਡਰਾਫਟ ਕਾਪੀ 'ਚ ਅਗਰ ਕੋਈ ਸਾਨੂੰ ਲੱਗਦਾ ਕੋਈ ਚੀਜ਼ ਠੀਕ ਨਹੀਂ ਹੈ ਜਾਂ ਕੋਈ ਗਲਤ ਹੈ
ਤੇ we can fix it and present it to the bank to get the loan approved. ਮੈਂ ਦਰਸ਼ਕਾਂ ਦੀ ਜਾਣਕਾਰੀ ਲਈ ਇਹ ਵੀ ਦੱਸ ਦੇਵਾਂ ਕਿ ਇਸ ਟਾਈਮ ਅਸੀਂ ਲਾਈਵ ਹੈਗੇ ਆ, ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ। ਜਿਹੜਾ ਟੀਵੀ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ ਉਸ ਨੰਬਰ ਤੇ ਕਾਲ ਕਰਕੇ ਤੁਸੀਂ ਸਾਨੂੰ ਆਪਣੇ ਸਵਾਲ ਵੀ ਪੁੱਛ ਸਕਦੇ ਹੋ, ਹਰਮਨ ਸਿੰਘ ਜੀ ਨਾਲ ਗੱਲ ਵੀ ਕਰ ਸਕਦੇ ਹੋ, ਔਰ ਕੋਈ ਵੀ ਤੁਹਾਡਾ ਸਵਾਲ ਹੈਗਾ ਤੁਸੀਂ ਜ਼ਰੂਰ ਇਸ ਪ੍ਰੋਗਰਾਮ ਦੇ ਤਹਿਤ ਪੁੱਛ ਸਕਦੇ ਹੋ। ਰਮਨ, ਆਈਲ ਕਮ ਟੂ ਯੂ। ਕਈ ਸਾਰੇ ਜਿਹੜੇ ਨੇ ਉਹ ਨਿਊ ਕੰਸਟਰਕਸ਼ਨ ਹਾਊਸਸ ਬਣ ਰਹੇ ਨੇ, ਸੋ ਵਾਟ ਸ਼ੁੱਡ ਵੀ ਡੂ ਜੇ ਸਾਨੂੰ ਹੋਮ ਇਨਸਪੈਕਸ਼ਨ ਕਰਾਣੀ ਹੋਏ, ਸਾਨੂੰ ਕੀ ਧਿਆਨ ਦੇ ਵਿੱਚ ਰੱਖਣ ਦੀ ਲੋੜ ਆ? ਜੀ ਬਿਲਕੁਲ ਜੀ, ਬ੍ਰੈਂਡ ਨਿਊ ਕੰਸਟਰਕਸ਼ਨ ਦੇ ਵਿੱਚ ਨੋ ਡਾਊਟ ਜੋ ਕੰਸਟਰਕਸ਼ਨ ਕਰ ਰਹੇ ਹੁੰਦੇ ਨੇ ਉਹ ਆਪਣੀ ਤਰਫੋਂ ਹਰ ਇੱਕ ਚੀਜ਼ ਬਿਲਕੁਲ ਨਵੀਂ ਲਾਉਂਦੇ ਨੇ, ਆਪਣੀ ਤਰਫੋਂ ਉਹ ਹਰ ਇੱਕ ਮਟੀਰੀਅਲ ਨੂੰ ਵੀ ਅੱਛਾ ਕਰਦੇ ਨੇ। ਐਂਡ ਅਪੈਰੈਂਟਲੀ ਜਦ ਵੀ ਫਾਈਨਲ ਸੀਓ ਜਿਸ ਵੀ ਘਰ ਦਾ ਆਂਦਾ, ਸੀਓ ਹੁੰਦਾ ਸਰਟੀਫਿਕੇਟ ਆਫ ਆਕਿਊਪੈਂਸੀ, ਉਹ ਜਦ ਵੀ ਆਂਦਾ ਜਿਹੜਾ ਡਿਸਾਈਡ ਕਰਦਾ ਹੈ ਕਿ 1 ਫੈਮਿਲੀ ਹਾਊਸ ਹੈ, 2 ਫੈਮਿਲੀ ਹਾਊਸ ਹੈ, ਤੇ ਉਸ ਤੋਂ ਪਹਿਲੇ ਬਿਲਡਿੰਗ ਡਿਪਾਰਟਮੈਂਟ ਹਰ ਇੱਕ ਚੀਜ਼ ਦੇ ਜੋ ਪਰਮਿਟ ਪੁੱਲ ਕੀਤੇ ਹੁੰਦੇ ਨੇ ਉਹਨੂੰ ਕਲੋਜ਼ ਕਰਨ ਤੋਂ ਪਹਿਲੇ, ਰਾਈਟ ਆਫ ਦੇਣ ਤੋਂ ਪਹਿਲੇ ਹਰ ਇੱਕ ਚੀਜ਼ ਆਪਣੀ ਐਂਡ ਤੋਂ ਇਨਸਪੈਕਟ ਕਰਦਾ ਹੀ ਕਰਦਾ ਹੈ, ਤਾਂ ਹੀ ਸੀਓ ਮਿਲਦਾ ਹੈ। ਪਰ ਜਦ ਕੋਈ ਵੀ ਬਾਇਰ ਜੋ ਸਾਡੇ ਨਾਲ ਕੰਮ ਕਰਦਾ ਹੈ ਜਾਂ ਮੇਰੇ ਨਾਲ ਅਗਰ ਕੋਈ ਵੀ ਪਾਰਟਿਕੂਲਰ ਕੋਈ ਕੰਮ ਕਰਦਾ ਹੈ, ਮੈਂ ਉਹਨੂੰ ਹਮੇਸ਼ਾ ਕਹਿਣਾ ਵਾ ਕਿ ਕਿਉਂ ਨਾ ਅਸੀਂ ਇੱਕ ਥਰਡ ਓਪੀਨੀਅਨ ਲੈ ਕੇ, ਜਿਹੜਾ ਕਿ ਲਾਇਸੈਂਸ ਇੰਸਪੈਕਟਰ ਹੈਗਾ ਉਹਨੂੰ ਲਿਜਾ ਕੇ ਉਸ ਘਰ ਦੇ ਅੰਦਰ ਕਿਉਂ ਨਾ ਚੈੱਕ ਕਰਵਾਈਏ ਇੱਕ ਇੱਕ ਚੀਜ਼ ਨੂੰ ਕਿ ਉਹਨਾਂ ਨੇ ਕਿਸ ਕੁਆਲਿਟੀ ਦਾ ਮਟੀਰੀਅਲ ਜੋ ਬਿਲਡਰ ਹੈਗਾ ਉਹਨੇ ਲਾਇਆ ਹੈ। ਹੁੰਦੀਆਂ ਚੀਜ਼ਾਂ ਬਹੁਤ ਛੋਟੀਆਂ ਨੇ ਜਿਹੜਾ ਕਿ ਇੰਸਪੈਕਟਰ ਹੀ ਤੁਹਾਨੂੰ ਦੱਸ ਸਕਦਾ ਹੈ, ਕਿਉਂਕਿ ਅਪੈਰੈਂਟਲੀ ਉਹਨੇ ਆਪਣੇ ਲਾਇਸੈਂਸ ਵਾਸਤੇ ਆਪਣੀ ਪੂਰੀ ਸਟੱਡੀ ਕੀਤੀ ਹੈ ਤੇ ਉਹਦਾ ਵੀ ਲਾਇਸੈਂਸ ਨੰਬਰ ਸਟੇਕ ਤੇ ਆਂਦਾ ਹੈ, ਜਿਵੇਂ ਕਿ ਘਰ ਦਾ ਹੌਟ ਵਾਟਰ ਬੋਇਲਰ ਹੋ ਗਿਆ, ਹੌਟ ਵਾਟਰ ਟੈਂਕ ਹੋ ਗਿਆ। ਇਹ ਸਾਰੀਆਂ ਜੋ ਚੀਜ਼ਾਂ ਹੁੰਦੀਆਂ ਨੇ ਉਹ ਬਹੁਤ ਪਾਰਟਿਕੂਲਰ ਹੁੰਦੀਆਂ ਨੇ, ਜਿਹੜੀਆਂ ਕਿ ਉਹ ਸਾਰੀਆਂ ਚੀਜ਼ਾਂ ਚੈੱਕ ਕਰਕੇ ਤੁਹਾਨੂੰ ਦੱਸ ਸਕਦਾ ਹੈ ਕਿ ਘਰ ਦੇ ਅੰਦਰ ਉਹਨਾਂ ਨੇ ਚੀਜ਼ਾਂ ਅੱਛੀਆਂ ਤੇ ਠੀਕ ਕੁਆਲਿਟੀ ਦੀਆਂ ਲਾਈਆਂ ਨੇ। ਅਪੈਰੈਂਟਲੀ ਜਿੰਨੀ ਤੁਸੀਂ ਘਰ ਦੀ ਵੈਲਿਊ ਦੇ ਰਹੇ ਹੋ, is that worthful towards it or not? Which area you cover, Raman? ਮੈਂ ਮੋਸਟ ਆਫ ਦਾ ਟਾਈਮ ਤੇ ਹਜੇ ਤੱਕ ਤੇ ਕੁਈਨਸ ਤੇ ਲੌਂਗ ਆਈਲੈਂਡ ਸੀ, ਤੇ ਹੁਣ ਮੈਂ ਧੀਰੇ ਬਰੁਕਲਿਨ ਵੱਲ ਵੀ ਮੂਵ ਕਰਨਾ ਸਟਾਰਟ ਕਰਤਾ। ਤੇ ਹੁਣ ਤੁਸੀਂ ਹੌਲੀ ਤੁਰ ਪਏ ਹੋ ਅੱਗੇ, ਤੇ ਆਲ ਦ ਬੈਸਟ। ਮੈਂ ਹਰਮਨ ਜੀ ਦੇ ਕੋਲ ਆਉਣਾ ਚਾਹਾਂਗਾ। ਹਰਮਨ ਜੀ, ਕਈ ਸਾਰੇ ਸਵਾਲ ਜਿਹੜੇ ਨੇ ਉਹ ਰੀਫਾਈਨੈਂਸ ਨੂੰ ਲੈ ਕੇ ਆ ਰਹੇ ਨੇ। ਸਵਾਲ ਹੈਗਾ ਜੀ, ਵੀ ਆਰ ਟ੍ਰਾਈਂਗ ਟੂ ਰੀਫਾਈਨੈਂਸ ਐਂਡ ਸੇਮ ਟਾਈਮ ਆਰ ਹਾਊਸ ਇਜ਼ ਲਿਸਟਡ ਫॉर ਸੇਲ and having problem with our lender, ਕੀ ਕਹਿਣਾ ਚਾਹੋਗੇ? ਦੇਖੋ ਜੀ, ਬੜੀ which is a very genuine complicated problem ਹੈ ਕਿ ਕਾਫੀ ਟਾਈਮ ਸਾਨੂੰ ਕੁਐਸਚਨ ਆਉਂਦਾ ਹੈਗਾ ਵੇ ਕਿ ਜਦੋਂ ਘਰ ਵੇਚਣ ਦੀ ਕੋਸ਼ਿਸ਼ ਕੀਤੀ ਤੇ ਘਰ ਨਹੀਂ ਵਿਕਿਆ, somehow ਪ੍ਰਾਈਸ ਜਾਂ ਕੋਈ ਰੀਜ਼ਨ ਕਾਰਨ ਘਰ ਨਹੀਂ ਵਿਕਿਆ, ਸੇਲ ਥੋੜੀ ਡਿਲੇ ਹੋ ਗਈ। ਇਨ ਦਾ ਮੀਨ ਟਾਈਮ ਤੁਸੀਂ ਘਰ ਦੂਜਾ ਵੇਖਿਆ, ਤੁਹਾਨੂੰ ਘਰ ਪਸੰਦ ਆ ਗਿਆ, ਤੁਸੀਂ ਘਰ ਲੈਣਾ ਚਾਹੁੰਦੇ ਹੋ, ਹੁਣ ਉਹਦੇ ਵਾਸਤੇ ਤੁਹਾਨੂੰ ਪੈਸੇ ਚਾਹੀਦੇ ਨੇ। ਤੇ ਕਾਫੀ ਟਾਈਮ ਕਲਾਇੰਟ ਕੀ ਕਰਦੇ ਨੇ, ਚਲੋ ਠੀਕ ਹੈ ਜੀ ਰੀਫਾਈਨੈਂਸ ਕੈਸ਼ ਆਊਟ ਕਰਾ ਲਓ, ਆਪਣੇ ਇਸ ਘਰ 'ਚੋਂ ਐਕੁਇਟੀ ਹੈਗੀ ਹੈ, ਇਹ ਲੈ ਕੇ ਡਾਊਨ ਪੇਮੈਂਟ ਦੇ ਕੇ ਦੂਜਾ ਘਰ ਲੈ ਲਓ। ਹੁਣ ਜਿਹੜਾ ਬੈਂਕ ਹੁੰਦਾ ਵੇ, ਬੈਂਕ ਦਾ ਕੰਸਰਨ ਹੁੰਦਾ ਕਿ ਅਗਰ ਤੁਸੀਂ ਉਸ ਘਰ ਨੂੰ ਮਾਰਕੀਟ 'ਚ ਸੇਲ ਤੇ ਲਾਇਆ ਹੋਇਆ ਹੈ, ਅਗਰ ਅੱਜ ਅਸੀਂ ਲੋਨ ਨੂੰ ਕਲੋਜ਼ ਕਰ ਦਈਏ, ਤੁਹਾਨੂੰ ਪੈਸੇ ਦੇ ਦਈਏ, ਰੀਫਾਈਨੈਂਸ ਹੋ ਗਈ, ਤੁਸੀਂ 1 ਮਹੀਨੇ ਬਾਅਦ ਜਾ ਕੇ ਪੈਸੇ ਵਾਪਸ ਕਰਤੇ ਤੇ ਬੈਂਕ ਨੇ ਕੋਈ ਪੈਸਾ ਨਹੀਂ ਕਮਾਇਆ, 1 ਮਹੀਨੇ 'ਚ ਕੀ ਇੰਟਰਸਟ ਮਿਲੇਗਾ? ਸੋ ਨੋਇੰਗਲੀ ਬੈਂਕ ਨਹੀਂ ਲਾਈਕ ਕਰਦੇ ਕਿ ਤੁਹਾਡਾ ਘਰ ਮਾਰਕੀਟ 'ਚ ਹੋਵੇ ਸੇਲ ਵਾਸਤੇ ਤੇ ਤੁਸੀਂ ਰੀਫਾਈਨੈਂਸ ਕਰਾਓ। ਇਸ ਕਰਕੇ ਬੈਂਕ ਜਾਵੇ ਤੁਹਾਨੂੰ ਕੋਸ਼ਿਸ਼ ਕਰੀਏ ਤੁਸੀਂ ਉਹਨੂੰ ਘਰ ਨੂੰ ਮਾਰਕੀਟ 'ਚੋਂ ਕੱਢੋ, ਤੇ ਐਡਵਾਈਜ਼ੇਬਲ ਹੈ ਕਿ ਤੁਸੀਂ ਉਹਨੂੰ ਘਰ ਨੂੰ ਵਿਡਰਾ ਕਰ ਲਓ ਲਿਸਟਿੰਗ ਨੂੰ ਮਾਰਕੀਟ 'ਚੋਂ, ਐਂਡ ਦੈਨ ਡੂ ਦ ਰੀਫਾਈਨੈਂਸ ਲੇਟਰ ਔਨ। ਜੋ ਤੁਸੀਂ ਕਰਨਾ ਕਰੋ, ਆਪਣਾ ਜੋ ਵੀ ਤੁਹਾਡਾ ਪਲਾਨ ਬਣਦਾ ਹੋਵੇ, ਮਗਰ ਐਜ਼ ਦਾ ਘਰ ਲਿਸਟਡ ਹੋਵੇ, ਘਰ ਸੇਲ ਤੇ ਤੁਹਾਡੇ ਘਰ ਦੇ ਬਾਹਰ ਸਾਈਨ ਲੱਗਾ ਹੋਵੇ ਫॉर ਸੇਲ ਦਾ, ਔਰ ਤੁਸੀਂ ਰੀਫਾਈਨੈਂਸ ਵਾਸਤੇ ਜਾਓਗੇ ਬੈਂਕ ਕੋਲ, ਤੇ ਬੈਂਕ ਮੋਸਟ ਲਾਈਕਲੀ ਵਿਲ ਟੈਲ ਯੂ ਕਿ ਦਿਸ ਇਜ਼ ਅ ਪ੍ਰੋਬਲਮ। ਠੀਕ ਹੈ, ਤੁਸੀਂ ਅਗਰ ਅਸੀਂ ਵੀ ਡੋਨਟ ਵਾਂਟ ਟੂ ਗਿਵ ਯੂ ਦ ਮਨੀ, ਤੁਹਾਨੂੰ ਪੈਸੇ ਦੇ ਦਈਏ ਤੇ ਤੁਸੀਂ ਨਾਲ ਹੀ ਮਹੀਨੇ ਬਾਅਦ ਸਾਨੂੰ ਵਾਪਸ ਕਰ ਦਿਓ। ਸੋ ਵੈਸੇ ਤੁਸੀਂ ਨਾ ਪਤਾ ਹੋਵੇ ਤਾਂ ਭਾਵੇਂ ਮਹੀਨੇ ਬਾਅਦ ਦੇ ਸਕਦੇ ਹੋ ਬੈਂਕ ਨੂੰ, ਮਗਰ ਬੈਂਕ ਨੂੰ ਅਗਰ ਪਹਿਲੇ ਪਤਾ ਹੋਵੇ ਤਾਂ ਬੈਂਕ ਵਿਲ ਨਾਟ ਡੂ ਦ ਲੋਨ। ਇਸ ਕਰਕੇ ਤੁਹਾਨੂੰ ਪ੍ਰੋਬਲਮ ਆ ਰਹੀ ਹੋਣੀ ਹੈ। ਠੀਕ ਹੈ ਜੀ। ਕਈ ਸਾਰੇ ਹੁੰਦੇ ਨੇ ਅੱਖਾਂ ਦੇ ਡਾਕਟਰ, ਕਈ ਸਾਰੇ ਹੁੰਦੇ ਨੇ ਦਿਲ ਦੇ ਡਾਕਟਰ, ਕਈ ਸਾਰੇ ਹੁੰਦੇ ਨੇ ਤੁਹਾਡੇ ਪੂਰੇ ਸਰੀਰ ਨੂੰ, ਬਿਮਾਰੀ ਨੂੰ ਠੀਕ ਕਰਨ ਵਾਲੇ ਡਾਕਟਰ, ਪਰ ਤੁਸੀਂ ਉਹ ਘਰ ਦੇ ਡਾਕਟਰ। ਤੇ 5164417000 ਤੇ ਕਾਲ ਕਰਕੇ ਹਰਮਨ ਸਿੰਘ ਜੀ ਨਾਲ ਰਾਬਤਾ ਕਰ ਸਕਦੇ ਹੋ। ਇੱਕ ਬ੍ਰੇਕ ਲਈ ਇੱਥੇ ਰੁਕ ਰਹੇ ਹਰਮਨ ਜੀ ਐਂਡ ਰਮਨ, ਐਂਡ ਵਿਲ ਬੀ ਰਾਈਟ ਬੈਕ ਆਫਟਰ ਦਿਸ ਸ਼ਾਰਟ ਬ੍ਰੇਕ। ਬ੍ਰੇਕ ਤੋਂ ਬਾਅਦ ਸਵਾਗਤ ਹੈ। ਲੈ ਕੇ ਚੱਲਦੇ ਹਾਂ ਜੀ ਸਿੱਧਾ ਤੁਹਾਨੂੰ ਅਸੀਂ ਪੰਜਾਬ ਐਵਨਿਊ ਰਿਚਮੰਡ ਹਿੱਲ, ਜਿੱਥੇ ਸਾਡੇ ਨਾਲ ਮੌਜੂਦ ਨੇ ਹਰਮਨ ਸਿੰਘ ਜੀ, CEO ਓਮਨੀ ਮੌਰਗੇਜ, ਓਮਨੀ ਰਿਐਲਿਟੀ, ਤੇ ਨਾਲ ਉਹਨਾਂ ਦੇ ਮੌਜੂਦ ਨੇ ਰੌਕੀ ਆਫ ਦ ਈਅਰ, ਜਿਹਨੂੰ ਅਸੀਂ ਰੁਕੀ ਆਫ ਦ ਈਅਰ ਵੀ ਕਹਿ ਦਈਏ, 2020 ਦੇ ਉਹ ਨੇ ਰਮਨਪ੍ਰੀਤ ਸਿੰਘ ਜੀ। ਹਰਮਨ ਜੀ, ਕਹਿ ਸਕਦੇ ਰੁਕੀ ਆਫ ਦ ਈਅਰ ਕਿ ਨਹੀਂ ਇਹਨਾਂ ਨੂੰ?
ਬਿਲਕੁਲ ਜੀ, ਐਕਚੁਅਲੀ ਰੁਕੀ ਆਫ ਦਾ ਈਅਰ ਹੈ। ਇਹਨਾਂ ਸ਼ੁਰੂ ਕੀਤਾ 2020 ਦੇ ਵਿੱਚ, ਅੱਛਾ ਜਦੋਂ ਕਿ ਸਾਰੀ ਦੁਨੀਆ ਦਾ 2020 ਹੋਇਆ ਸੀ ਕੋਵਿਡ ਕਰਕੇ। ਹਾਂ ਬਟ ਇਹਨਾਂ ਹੀ ਡਿਡ 2020 ਵੈਰੀ ਗੁੱਡ ਇਨ ਰੀਅਲ ਐਸਟੇਟ ਬਿਜ਼ਨਸ। ਅੱਛਾ ਵੀ ਆਰ ਵੈਰੀ ਪ੍ਰਾਊਡ ਆਫ ਹਿਮ, ਇਜ਼ ਰੁਕੀ ਆਫ ਦਾ ਈਅਰ। ਈਅਰ ਵਾਸ ਵੈਰੀ ਟਫ ਫॉर द ਬੜੇ ਲੋਕਾਂ ਵਾਸਤੇ ਟਫ ਸੀਗਾ ਸਾਲ ਜਿਹੜਾ ਕੋਵਿਡ ਦੇ ਪ੍ਰੋਬਲਮ ਕਰਕੇ, ਬਟ ਸੇਮ ਟਾਈਮ ਅੱਛਾ ਸੀਗਾ ਕਿ ਰੀਅਲ ਐਸਟੇਟ, ਕਿਉਂਕਿ ਉਸ ਵੇਲੇ ਮਾਰਕੀਟ ਖੁੱਲੀ ਹੋਈ ਸੀਗੀ ਰਾਈਟ ਥੋੜਾ ਜਿਹਾ, ਹਾਊਸਿੰਗ ਮਾਰਕੀਟ ਵਾਸ ਨਾਟ ਦੈਟ ਬੈਡ, ਤੇ ਉਸ ਕਰਕੇ ਹੀ ਬਿਕੇਮ ਅ ਰੁਕੀ ਆਫ ਦਾ ਈਅਰ। ਵਾਓ ਰਮਨ, congratulations for you becoming rookie of the year. ਪਾਰਟੀ ਹਜੇ ਵੀ ਨਹੀਂ ਮਿਲੀ, ਡੱਬਾ ਹਜੇ ਵੀ ਨਹੀਂ ਮਿਲਿਆ ਮਿਠਾਈ ਦਾ। Okay ਹਰਮਨ ਜੀ, coming back to the questions, we have another questions. I was working part time at Rite Aid and now good job at graphic design company. My salary went from 1,000 month to almost 5,600 per month and my bank is giving us problem. ਦੇਖੋ ਇਹ ਕੁਐਸਚਨ ਆ ਗਿਆ ਕਿ ਬਈ ਤੁਸੀਂ ਸਰਟਨਲੀ ਇੰਨੀ ਵੱਡੀ ਜੰਪ ਸੈਲਰੀ 'ਚ ਕਿਵੇਂ ਆਇਆ। ਹਾਂਜੀ ਦੈਟ ਇਜ਼ ਅ ਕਨਸਰਨ। ਜਿਹੜੇ ਵੱਡੇ ਬੈਂਕ ਹੁੰਦੇ ਨੇ ਉਹਨਾਂ ਨੂੰ ਦੇ ਹੈਵ ਅ ਵੈਰੀ ਕਨਸਰਨ ਔਨ ਦਿਸ ਥਿੰਗ ਕਿ ਬਈ ਸਮਥਿੰਗ ਵਾਸ ਰੋਂਗ, ਕਿ 1000 ਦੀ ਸੈਲਰੀ ਸੀਗੀ ਤੇ ਸਰਟਨਲੀ ਸੈਲਰੀ ਹੋ ਗਈ 5600 ਐਂਡ ਅਗਰ ਤੇ ਸੈਲਰੀ ਤੁਹਾਡੀ ਲਾਸਟ ਈਅਰ ਵਧੀ ਸੀਗੀ ਤੇ ਤੁਸੀਂ ਆਪਣਾ W2 ਤੁਹਾਨੂੰ ਮਿਲਿਆ ਉਸ ਇਨਕਮ ਦਾ, ਦੈਨ ਦੇयर ਸ਼ੁਡ ਨਾਟ ਬੀ ਪ੍ਰੋਬਲਮ ਬਿਕਾਜ਼ ਡਾਕੂਮੈਂਟਡ ਹੋ ਗਈ ਕਿ ਤੁਹਾਨੂੰ ਲਾਸਟ ਈਅਰ ਮਿਲਿਆ ਉਹਦਾ W2 ਮਿਲ ਗਿਆ। W2 ਇਜ਼ ਅਫੀਸ਼ੀਅਲ ਡਾਕੂਮੈਂਟ ਆਫ ਜਿਹੜਾ ਟੈਕਸ ਦਾ, ਇਨਕਮ ਟੈਕਸ ਵਾਸਤੇ ਹੁੰਦਾ ਵੇ। ਅਗਰ ਇਸ ਸਾਲ ਤੁਹਾਡੀ ਇਨਕਮ ਵਧੀ ਹੈ ਐਂਡ ਬੈਂਕ ਨੂੰ ਕੰਸਰਨ ਹੈ ਕਿ ਤੁਸੀਂ ਹੁਣੇ ਜਨਵਰੀ ਤੋਂ ਬਾਅਦ ਤੁਸੀਂ ਪੇਚੈਕ ਵੱਡਾ ਲੈ ਰਹੇ ਹੋ, ਵਾਟਸ ਗੋਇੰਗ ਔਨ, ਦੇ ਹੈਵ ਅ ਕੰਸਰਨ। ਵੱਡੇ ਬੈਂਕਾਂ ਦਾ ਹੁੰਦਾ ਕਿ ਅੰਡਰ ਰਾਈਟਰਸ ਆਰ ਵੈਰੀ ਕੰਜ਼ਰਵੇਟਿਵ, ਉਹਨਾਂ ਦੀ ਜੌਬ ਹੁੰਦੀ ਹੈ, ਦੇ ਸਕੇਅਰਡ ਆਫ ਇਟ ਕਿ ਸਾਡੀ ਕੋਈ ਜੌਬ ਕੱਲ ਨੂੰ ਵੀ ਡੋਨਟ ਵਾਂਟ ਟੂ ਲੂਜ਼ ਅ ਜੌਬ, ਸੋ ਦੇ ਜਸਟ ਟੇਕ ਅ ਨੈਗੇਟਿਵ ਅਪਰੋਚ ਕਿ ਵੀ ਦੇ ਡੋਨਟ ਵਾਂਟ ਐਕਸਪਲੇਨੇਸ਼ਨ, ਤੁਸੀਂ ਨਹੀਂ ਸਾਨੂੰ ਠੀਕ ਨਹੀਂ ਲੱਗ ਰਿਹਾ, ਸਮਥਿੰਗ ਇਜ਼ ਰੋਂਗ, ਤੇ ਲੋਨ ਡਿਨਾਈ ਕਰਦੇ ਹੋ ਜਾਂ ਡਿਲੇ ਕਰਦੇ ਹੋ। ਮਗਰ ਸਾਡੇ ਚ ਹੁੰਦਾ ਕਿ ਵੈਨ ਵੀ ਅਸੀਂ ਜੋ ਕੰਮ ਕਰਦੇ ਹਾਂ ਸਾਡੀ ਅੰਡਰ ਰਾਈਟਰਸ ਨਾਲ ਵੈਰੀ 1-to-1 ਕਨਵਰਸੇਸ਼ਨ ਹੁੰਦੀਆਂ ਨੇ ਹਰ ਫਾਈਲ ਵਾਸਤੇ, ਤੇ ਅਸੀਂ ਉਹਨੂੰ ਪੂਰੀ ਐਕਸਪਲੇਨੇਸ਼ਨ ਬਣਾਵਾਂਗੇ ਕਿ ਬਈ ਇਹ ਦੇਖੋ ਇਹਨਾਂ ਦੀ ਇਹ ਸੀਗਾ, ਇਹਨਾਂ ਨੇ ਭਾਵੇਂ ਕੋਈ ਸਕੂਲ ਕੀਤਾ, ਕੋਈ ਕੋਰਸ ਕੀਤਾ ਹੋਏਗਾ ਗ੍ਰਾਫਿਕ ਡਿਜ਼ਾਈਨਿੰਗ ਦਾ, ਅਗਰ ਉਹਦੀ ਕੋਰਸ ਦੀ ਬੇਸ ਤੇ ਕੋਈ ਸਰਟੀਫਿਕੇਟ ਹੈਗਾ ਹੋਵੇ ਕਿ ਉਸ ਸਰਟੀਫਿਕੇਟ ਦੀ ਬੇਸ ਤੇ ਇਹਨਾਂ ਨੂੰ ਇੰਨੀ ਸੈਲਰੀ ਮਿਲ ਰਹੀ ਹੈ ਜ਼ਿਆਦਾ, ਤੇ ਜਸਟੀਫਿਕੇਸ਼ਨ ਕਮਿਊਨੀਕੇਸ਼ਨ ਸਾਡਾ ਅੰਡਰ ਰਾਈਟਰ ਨਾਲ ਬੜਾ 1-to-1 ਹੁੰਦਾ ਹੋਵੇ। ਵੱਡੇ ਬੈਂਕਾਂ ਦੇ ਵਿੱਚ ਕਮਿਊਨੀਕੇਸ਼ਨ ਲੈਕਿੰਗ ਬਹੁਤ ਜ਼ਿਆਦਾ ਹੁੰਦੀ ਹੈ ਐਂਡ ਉਸ ਕਰਕੇ ਲੋਨ ਜਿਹੜੇ ਨੇ ਈਜ਼ੀ ਲੋਨ ਵੀ ਜਿਹੜੇ ਹੁੰਦੇ ਨੇ ਡਿਨਾਈ ਹੋ ਜਾਂਦੇ ਨੇ। ਅਗਰ ਤੁਹਾਨੂੰ ਦਿੱਕਤ ਆ ਰਹੀ ਹੈ, ਅਗਰ ਪ੍ਰੋਬਲਮ ਸੋਲਵ ਨਹੀਂ ਹੋ ਰਹੀ, ਤੁਸੀਂ ਕਾਰਵਾਈ ਕਰ ਰਹੇ ਹੋ ਤੇ ਇਨਕਮ ਦਾ ਪ੍ਰੋਬਲਮ ਆ ਰਹੀ ਹੈ, ਕਾਲ ਮੀ, ਮੈਂ ਤੁਹਾਡੀ ਅੰਡਰਸਟੈਂਡ ਕਿ ਤੁਹਾਡੀ ਪ੍ਰੋਬਲਮ ਨੂੰ ਥੋੜਾ ਡੀਪ ਡਿਟੇਲ ਦੇ ਵਿੱਚ। ਐਂਡ ਮੋਸਟ ਲਾਈਕਲੀ ਇਹੋ ਜਿਹੇ ਸਿਨੈਰੀਓ ਅਸੀਂ ਕਾਫੀ ਕਰਦੇ ਹੈਗੇ ਆ ਕਿ ਰੀਸੈਂਟਲੀ ਕਿਸੇ ਨੇ ਜੌਬ ਚੇਂਜ ਕੀਤੀ ਤੇ ਬਿਗ ਜੰਪ ਹੈਗਾ ਸੈਲਰੀ ਦੇ ਵਿੱਚ, ਅਸੀਂ ਲੋਨ ਕਾਫੀ ਕਰਵਾਉਂਦੇ ਕਰਦੇ ਆ, ਤੇ ਵਨਸ ਮੈਂ ਤੁਹਾਡੀ ਇਸ਼ੂ ਅਗਰ ਤੁਹਾਡਾ ਹੈਗਾ ਅੰਡਰਸਟੈਂਡ ਕਰ ਲਵਾਂ, ਮੋਸਟ ਲਾਈਕਲੀ 90% ਚਾਂਸ ਤੁਹਾਡਾ ਲੋਨ ਅਸੀਂ ਕਰਵਾ ਕੇ ਦੇ ਸਕਦੇ ਹਾਂ। ਅੱਛਾ ਰਮਨ, ਲੈਟ ਮੀ ਆਸਕ ਯੂ ਦਿਸ ਕਿ ਜੇ ਕਿਸੇ ਨੇ ਆਪਣਾ ਘਰ ਜਿਹੜਾ ਹੈਗਾ ਸਾਊਥ ਓਜ਼ੋਨ ਪਾਰਕ ਤੋਂ ਵੇਚਣਾ ਹੋਏ ਔਰ ਹਿਕਸਵਿਲ ਮੂਵ ਹੋਣਾ ਹੋਏ ਤਾਂ ਉਹ ਨਰਵਸ ਫੀਲ ਕਰ ਰਹੇ ਨੇ ਕਿ ਪਹਿਲੇ ਆਪਣਾ ਘਰ ਵੇਚਣ, ਕਿਉਂਕਿ ਉਹਨਾਂ ਨੂੰ ਹਜੇ ਡਾਊਟ ਹੈ ਕਿ ਉੱਥੇ ਵੀ ਘਰ ਮਿਲੇ ਕਿ ਨਹੀਂ ਮਿਲੇ, ਤੇ ਤੁਸੀਂ ਕੀ ਸੁਜੈਸ਼ਨ ਦੇਣਾ ਚਾਹੋਗੇ? ਹਰਕੀਰਤ ਜੀ, ਇਹ ਬਹੁਤ ਕਾਮਨ ਪ੍ਰੋਬਲਮ ਹੈਗੀ ਹੈ ਕਿ ਜਦ ਬੰਦਾ ਮੂਵ ਕਰਦਾ ਹੈ ਤੇ ਹਾਂ ਵੀ ਉਸ ਵੇਲੇ ਬੰਦੇ ਦੇ ਦਿਮਾਗ ਵਿੱਚ ਹੁੰਦਾ ਕਿ ਮੈਂ ਪਹਿਲੇ ਘਰ ਨੂੰ ਵੇਚਾਂ ਜਾਂ ਨਵਾਂ ਘਰ ਖਰੀਦਾਂ। ਉਹਦੇ ਵਿੱਚ ਅਸੀਂ ਕਿਵੇਂ ਹੈਲਪ ਕਰ ਸਕਨੇ ਆ ਕਿ ਪਹਿਲੇ ਅਸੀਂ ਉਹਨਾਂ ਨੂੰ ਗਾਈਡ ਕਰਨੇ ਆ ਕਿ ਜੋ ਤੁਹਾਡਾ ਘਰ ਹੈਗਾ ਪਹਿਲੇ ਉਹਨੂੰ ਮਾਰਕੀਟ ਵਿੱਚ ਪਾਓ, ਠੀਕ ਹੈ, ਉਸ ਨੂੰ ਮਾਰਕੀਟ ਵਿੱਚ ਪਾ ਕੇ ਸੈਲਿੰਗ ਵਾਸਤੇ ਰੈਡੀ ਕਰੋ, ਤੇ ਨਾਲੋਂ ਨਾਲ ਅਸੀਂ ਉਹਨਾਂ ਦੇ ਨਾਲ ਪੂਰਾ ਕਮਿਊਨੀਕੇਸ਼ਨ ਰੱਖਦੇ ਹੋਏ ਬਾਕੀ ਮਾਰਕੀਟ ਦਾ ਐਨਾਲਿਸਿਸ ਵੀ ਦੇ ਰਹੇ ਹੁੰਦੇ ਆ ਕਿ ਅਗਰ ਉਹਨਾਂ ਨੇ ਕਹਿੰਦੇ ਨੇ ਕਿ ਅਸੀਂ ਹਿਕਸਵਿਲ ਜਿਵੇਂ ਮੂਵ ਹੋਣਾ ਹੈ ਤੇ ਅਸੀਂ ਉਹਨਾਂ ਕੋਲ ਪ੍ਰੋਪਰ ਚੈੱਕਲਿਸਟ ਡਿਸਕਸ ਕਰਨੇ ਆ ਕਿ ਉਹਨਾਂ ਦੀ ਕੀ ਰਿਕੁਆਇਰਮੈਂਟਸ ਹੈਗੀਆਂ ਨੇ, ਕਿੰਨੇ ਬੈਡਰੂਮ ਦਾ ਘਰ ਚਾਹੀਦਾ। ਲੈਟ ਮੀ ਆਸਕ ਯੂ ਦਿਸ, ਆਈ ਐਮ ਸੌਰੀ ਆਈ ਐਮ ਇੰਟਰਪਟਿੰਗ ਯੂ ਇਨ ਬਿਟਵੀਨ, ਕਿ ਇਫ ਯੂ ਆਰ ਆਸਕਿੰਗ ਕਿ ਘਰ ਨੂੰ ਲਿਸਟ ਕਰ ਲਓ, ਫੋਰ ਐਗਜ਼ਾਮਪਲ ਅਗਰ ਘਰ 8 ਲੱਖ ਦਾ ਹੈ, ਸੋ ਕਦੀ ਐਵੇਂ ਹੋਇਆ ਤੁਹਾਡੇ ਨਾਲ ਐਕਸਪੀਰੀਅੰਸ ਦੇ ਵਿੱਚ ਕਿ ਤੁਸੀਂ ਜਿਹੜਾ ਆਸਕਿੰਗ ਪ੍ਰਾਈਸ ਹੈ ਉਸ ਤੋਂ ਜ਼ਿਆਦਾ ਵਈ ਤੁਸੀਂ ਵੇਚਿਆ? Definitely. This is what ਹੁਣੇ ਜਿਵੇਂ ਹਰਮਨ ਜੀ ਨੇ ਕਿਉਂ ਕਿਹਾ ਕਿ ਰੂਕੀ ਆਫ ਦਾ ਈਅਰ, this is what I did last year apparently। ਮੇਰੇ ਕੋਲ ਸੇਮ ਸਿਚੁਏਸ਼ਨ ਹੈਗੀ ਸੀ ਹੱਥ ਵਿੱਚ, ਜਿਹਦੇ ਵਿੱਚ ਮੈਂ ਸਾਊਥ ਓਜ਼ੋਨ ਪਾਰਕ ਦੇ ਵਿੱਚ ਘਰ ਜੋ 9 ਲੱਖ ਦਾ ਲਿਸਟ ਕੀਤਾ ਸੀ, apparently ਉਹ ਸੈਲ ਹੋਇਆ 925 ਦਾ ਜਾ ਕੇ। ਠੀਕ ਹੈ, ਹੋਇਆ ਕਿ ਅੱਛਾ ਤੁਸੀਂ ਮਤਲਬ 25000 ਹੋਰ ਜਿਹੜਾ ਪ੍ਰੋਫਿਟ ਕਰਾ ਕੇ ਦਿੱਤਾ? ਹਾਂਜੀ, ਅਬਵ ਆਸਕਿੰਗ ਪ੍ਰਾਈਸ ਅਸੀਂ ਡੱਬਾ ਫਿਰ ਵੀ ਨਹੀਂ ਆਇਆ। ਠੀਕ ਹੈ ਬਿਲਕੁਲ ਜੀ, ਬਿਲਕੁਲ। ਨਹੀਂ, ਇਹ ਜਿਹੜੀ ਗੱਲ ਕਰ ਰਹੇ, ਡਿਸਕਸ਼ਨ ਕਰ ਰਹੇ, ਦਿਸ ਇਜ਼ ਅ ਬੜਾ ਕਾਮਨ ਪ੍ਰੋਬਲਮ ਹੈ, ਕਾਮਨ ਇਸ਼ੂ ਬਹੁਤ ਜ਼ਿਆਦਾ, ਅਸੀਂ ਪਹਿਲੇ ਵੀ ਡਿਸਕਸ ਕੀਤਾ ਹੈ ਪ੍ਰੋਗਰਾਮ ਦੇ ਵਿੱਚ। ਵੈਸੇ ਅਬਵ ਆਸਕਿੰਗ ਘਰ ਵਿਕ ਰਹੇ ਨੇ, ਮੋਸਟ ਦਾ ਘਰ ਜਿਹੜੇ ਨੇ ਅਬਵ ਆਸਕਿੰਗ ਵਿਕ ਰਹੇ ਨੇ ਕਿਉਂਕਿ ਬਾਇਰ ਜ਼ਿਆਦਾ ਨੇ ਤੇ ਸੈਲਰ ਘੱਟ ਨੇ। ਟੁਡੇ ਇਜ਼ ਅ ਸੈਲਰਸ ਮਾਰਕੀਟ, ਸੈਲਰ ਡਿਮਾਂਡ ਕਰ ਰਿਹਾ ਕਿ ਮੈਨੂੰ ਇਹ ਚੀਜ਼ ਚਾਹੀਦੀ ਔਰ ਮਿਲ ਰਹੀ ਹੈ। ਠੀਕ ਹੈ, ਇਟਸ ਅ ਵੈਰੀ ਕਾਮਨ, ਇਟਸ ਅ ਵੈਰੀ ਟਫ ਮਾਰਕੀਟ ਰਾਈਟ ਨਾਓ ਫॉर द ਬਾਇਰਸ, ਕਿ ਘਰ ਦੇ ਉੱਤੇ 10 ਆਫਰਾਂ ਆਉਂਦੀਆਂ ਨੇ, ਬਾਇਰਸ ਹੁੰਦੇ ਨੇ, then buyers ਦੀ ਬਿਡਿੰਗ ਸ਼ੁਰੂ ਹੁੰਦੀ ਹੈ, they try to make it higher offer, ਤੇ ਸਾਨੂੰ ਏਜੰਟ ਦੱਸ ਦਿੰਦੇ ਨੇ ਵੀ ਤੁਹਾਡਾ above asking ਵਿਕੇਗਾ ਘਰ, ਤੇ ਮੋਸਟ ਦਾ ਘਰ ਜਿਹੜੇ ਅਸੀਂ ਵੇਖ ਰਹੇ ਨੇ ਤੇ above asking selling।
ਜਿਹੜੀ ਗੱਲ ਇਹਨਾਂ ਕਹੀ ਹੈ ਰਮਨ ਦਾ ਤੁਸੀਂ ਕੁਐਸਚਨ ਪੁੱਛਿਆ ਕਿ ਅਸੀਂ ਘਰ ਵੇਚਣਾ ਚਾਹੁੰਦੇ ਹਾਂ ਤੇ ਲੈਣਾ ਚਾਹੁੰਦੇ ਹਾਂ, ਇਟਸ ਅ ਵੈਰੀ ਟਫ ਇਸ਼ੂ ਕਿਉਂਕਿ ਘਰ ਕਈ ਵਾਰ ਅਗਰ ਤੁਸੀਂ ਮਾਰਕੀਟ 'ਚ ਲਗਾਇਆ ਨਹੀਂ ਵਿਕਿਆ ਤੇ ਤੁਹਾਨੂੰ ਘਰ ਪਸੰਦ ਆ ਗਿਆ ਤਾਂ ਵੀ ਪ੍ਰੋਬਲਮ ਹੈ, ਤੇ ਘਰ ਅਗਰ ਤੁਹਾਡਾ ਵਿਕ ਗਿਆ ਤੇ ਤੁਹਾਨੂੰ ਦੂਜਾ ਨਹੀਂ ਮਿਲਿਆ ਤਾਂ ਵੀ ਪ੍ਰੋਬਲਮ ਹੈ। ਤੇ ਉਹਦੇ ਵਾਸਤੇ ਤੁਹਾਨੂੰ ਜਿਹੜਾ ਵੇ ਕਿ ਸਾਡੇ ਨਾਲ ਬੈਠਣਾ ਪਏਗਾ। ਤੇ ਅਸੀਂ ਕੀ ਕਰਦੇ ਹਾਂ, ਅਸੀਂ ਤੁਹਾਨੂੰ ਪਹਿਲੇ ਜਿਸ ਏਰੀਆ ਤੁਸੀਂ ਜਾਣਾ ਚਾਹੁੰਦੇ ਹੋ ਉਸ ਏਰੀਆ ਦੀ ਇਨਵੈਂਟਰੀ ਜਿਹੜੀ ਹੈ, ਘਰਾਂ ਦੇ ਜੋ ਸਾਈਜ਼ ਸ਼ੇਪ ਬੈਡਰੂਮ ਤੁਹਾਨੂੰ ਅਸੀਂ ਵੀ ਗੈਟ ਇਟ ਫੈਮਿਲੀਅਰ ਕਿ ਤੁਹਾਨੂੰ ਇਹ ਰਮਨ ਤੁਹਾਨੂੰ ਦਿਖਾਏਗਾ, ਰਮਨ ਵਿਲ ਐਕਸਪਲੇਨ ਯੂ ਮੋਰ। ਤੇ ਉਸ ਤੋਂ ਬਾਅਦ ਫਿਰ ਹੁੰਦਾ ਕਿ ਦੈਨ ਵਾਂਸ ਯੂ ਆਈ ਹੈਵ ਆਈਡੀਆ ਆਫ ਇਟ ਘਰਾਂ ਦਾ, and then you can go ahead and list the house, and that Raman will explain you how the process works on the listing side. ਉਸ ਤੋਂ ਪਹਿਲਾਂ ਦਰਸ਼ਕਾਂ ਨੂੰ ਦੱਸ ਦਵਾਂ ਕਿ ਟੀਵੀ ਸਕਰੀਨ ਤੇ ਨੰਬਰ ਚੱਲ ਰਿਹਾ 5164417000। ਇਸ ਨੰਬਰ ਤੇ ਕਾਲ ਕਰਕੇ ਤੁਸੀਂ ਫ੍ਰੀ ਪਰਸਨਲ ਕੰਸਲਟੇਸ਼ਨ ਲਈ ਹਰਮਨ ਸਿੰਘ ਜੀ ਹੋਰਾਂ ਨਾਲ ਰਾਬਤਾ ਕਰ ਸਕਦੇ ਹੋ, ਰਮਨ ਦੇ ਨਾਲ ਰਾਬਤਾ ਕਰ ਸਕਦੇ ਹੋ। ਜੇਕਰ ਤੁਸੀਂ ਆਪਣਾ ਘਰ ਮਾਰਕੀਟ ਦੇ ਵਿੱਚ ਉਤਾਰਨਾ ਚਾਹੁੰਦੇ ਹੋ ਤੇ ਇਹ ਆਸਕਿੰਗ ਪ੍ਰਾਈਸ ਤੋਂ ਵੀ ਤੁਹਾਨੂੰ ਜ਼ਿਆਦਾ ਦਵਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਜਿਵੇਂ ਇਹਨਾਂ ਨੇ ਕਿਹਾ ਕਿ 9 ਲੱਖ ਦਾ ਘਰ ਇਹਨਾਂ ਨੇ ਲਿਸਟ ਕੀਤਾ ਸੀਗਾ, ਇਹਨਾਂ ਨੇ 9.25 ਦਾ ਉਹਨੂੰ ਵੇਚਿਆ। ਸੋ ਇਹ ਜਿਹੜੀ ਹੈਗੀ ਹੈ ਓਮਨੀ ਰਿਐਲਿਟੀ, ਓਮਨੀ ਮੋਰਗੇਜ ਪੰਜਾਬ ਐਵੇਨਿਊ ਦੇ ਉੱਤੇ ਤੁਹਾਨੂੰ ਸਰਵਿਸਿਜ਼ ਦੇ ਰਹੀ ਹੈ। 5164417000 ਇਹ ਨੰਬਰ ਤੁਸੀਂ ਪੈਨ ਡਾਊਨ ਕਰ ਲਓ। ਇਸ ਨੰਬਰ ਦੇ ਉੱਤੇ ਕਾਲ ਕਰਕੇ ਆਪਣਾ ਘਰ ਹੁਣੇ ਹੀ ਲਿਸਟ ਕਰਾਓ। ਰਮਨ ਦੇ ਨਾਲ ਰਾਬਤਾ ਕਰਕੇ ਆਪਣੇ ਘਰ ਨੂੰ ਅਬਵ ਦੈਨ ਆਸਕਿੰਗ ਦੇ ਉੱਤੇ ਵਿਕਾਓ ਤੇ ਸਿੱਧਾ ਹਿਕਸਵਿਲ ਚਲੇ ਜਾਓ। ਠੀਕ ਹੈ ਜੀ। ਰਮਨ ਇੱਕ ਸਵਾਲ ਇੱਥੇ ਹੋਰ ਵੀ ਬੰਦਾ, ਪਰ ਉਸ ਤੋਂ ਪਹਿਲਾਂ ਮੈਂ ਹਰਮਨ ਜੀ ਦੇ ਕੋਲ ਆਣਾ ਪਾਉਂਗਾ। ਵੀ ਟੁਕ ਲੋਨ ਫਰੋਮ ਓਮਨੀ ਮੌਰਗੇਜ 20 years ago. Now we are refinancing after 20 years. We are happy and highly recommend everyone to go to Harman Singh for all their mortgage need. ਮੈਨੂੰ ਪੰਜਾਬੀ ਦੇ ਵਿੱਚ ਵੀ ਦੱਸ ਦਵਾਂ ਕਿ ਇਹਨਾਂ ਨੇ 20 ਸਾਲ ਪਹਿਲਾਂ ਮੌਰਗੇਜ ਕਰਾਈ ਸੀਗੀ ਔਰ ਉਹ 20 ਸਾਲ ਬਾਅਦ ਵੀ ਆਪਣੀ ਜਿਹੜੀ ਰੀਫਾਈਨੈਂਸਿੰਗ ਕਰਾ ਰਹੇ ਨੇ ਔਰ ਉਹ ਰეკਮੈਂਡ ਕਰ ਰਹੇ ਨੇ ਕਿ ਜਿਹੜੇ ਹਰਮਨ ਸਿੰਘ ਜੀ ਸਰਵਿਸਿਜ਼ ਦਿੰਦੇ ਹਨ, ਕੋਈ ਵੀ ਮੌਰਗੇਜ ਦੀ ਨੀਡਸ ਹੈ ਉਹਨਾਂ ਦੇ ਕੋਲ ਜਾਓ। ਹਰਮਨ ਸਿੰਘ ਜੀ, ਇਹ ਸਾਨੂੰ ਈਮੇਲ ਆਈ ਹੈ ਬਕਾਇਦਾ ਤੁਹਾਡੇ ਕਲਾਇੰਟ ਵੱਲੋਂ। ਥੈਂਕ ਯੂ ਜੀ। ਇਹ ਮੇਰੇ ਕੋਲ ਕਾਫੀ ਇਹੋ ਜਿਹੇ ਸਾਡੇ ਕੋਲ ਹੈਗੇ ਨੇ ਟੈਸਟੀਮੋਨੀਅਲ ਕਿ ਜਿਨ੍ਹਾਂ ਵਿੱਚ ਅਸੀਂ, ਕਿਉਂਕਿ ਅਸੀਂ ਕਾਫੀ ਹਜ਼ਾਰਾਂ ਲੋਨ ਕਰ ਚੁੱਕੇ ਹਾਂ ਲਾਈਫ ਟਾਈਮ ਜਦ ਤੋਂ ਕੰਪਨੀ ਸ਼ੁਰੂ ਹੋਈ ਹੈ 25 ਸਾਲ ਪਹਿਲੇ। ਇਸ ਸਾਲ ਸਾਡਾ ਜਿਹੜਾ 25th ਐਨਵਰਸਰੀ ਹੈਗੀ ਸਾਡੀ, ਤੇ ਉਸ ਟਾਈਮ ਦੇ ਡਿਊਰਿੰਗ ਜਿਹੜੇ ਮੈਂ ਜੋ ਸਾਡਾ ਜੋ ਪਰਸਨਲ ਐਕਸਪੀਰੀਅੰਸ ਹੈ, ਕਈ ਵਾਰ ਸਾਡੇ ਕਈ ਬੱਚੇ ਨਾਲ ਆਉਂਦੇ ਸੀਗੇ। ਅੱਜ ਤੋਂ 25 ਸਾਲ ਪਹਿਲੇ ਉਹਨਾਂ ਦੀ ਏਜ ਹੁੰਦੀ ਸੀ 3-4 ਸਾਲ ਦੀ, ਅੱਜ ਉਹ 20, 25 ਤੇ 28, 30 ਇਅਰਸ ਦੀ ਏਜ ਹੋ ਗਈ ਹੈ। ਅੱਛਾ, ਹੁਣ 25 ਸਾਲ ਦੀ ਤੁਹਾਡੀ ਜਿਹੜੀ ਐਨੀਵਰਸਰੀ ਆਉਣ ਵਾਲੀ ਹੈ। ਹਾਂਜੀ, this year ਮੈਂ ਬੋਲਾਂ ਕਿ ਉਸ ਤੋਂ ਪਹਿਲਾਂ ਆ ਜਾਏਗਾ ਮੇਰੇ ਕੋਲ? ਹਾਂਜੀ, ਡੱਬਾ ਡੈਫੀਨਿਟਲੀ। ਠੀਕ ਹੈ। ਤੇ ਉਹ ਕੀ ਹੈ ਕਿ ਸਾਨੂੰ ਉਹਦੇ ਕਰਕੇ ਸਾਡੇ ਕੋਲ ਸੈਕੰਡ ਜਨਰੇਸ਼ਨ ਆਉਂਦੀ ਹੈ ਘਰਾਂ ਵਾਸਤੇ। ਤੇ 20 ਇਅਰਸ ਇਟਸ ਆਈ ਹੈਵ ਲੋਟ ਆਫ ਕਲਾਇੰਟਸ ਜਿਹੜੇ 20 ਸਾਲ ਤੋਂ ਬਾਅਦ ਸਾਡੇ ਦੁਬਾਰਾ ਰੀਫਾਈਨੈਂਸ ਕਰਾਉਣ ਆ ਰਹੇ ਨੇ, ਘਰ ਲੈਣ ਆਉਂਦੇ ਨੇ, ਉਹਨਾਂ ਦੇ ਬੱਚੇ ਆ ਰਹੇ ਨੇ। ਮੋਰ ਪ੍ਰਾਊਡ ਫੀਲਿੰਗਸ ਹੁੰਦੀਆਂ ਨੇ ਕਿ ਜਦੋਂ ਉਹਨਾਂ ਦੇ ਬੱਚੇ ਇੱਥੇ ਵਾਕ ਕਰਦੇ ਨੇ ਕਿ ਅੱਜ ਏਜ ਉਹਨਾਂ ਦੀ 25-30 ਇਅਰਸ ਦੇ ਵਿੱਚ ਏਜ ਹੈਗੀ ਹੈ। ਸਮ ਆਫ them got married, ਆਪਣੀ ਵਾਈਫ ਨਾਲ ਆਉਂਦੇ ਨੇ ਘਰ ਰਹਿਣ ਵਾਸਤੇ। ਸੋ ਵੀ ਲੁੱਕ ਬੈਕ ਦ ਫਲੈਸ਼ ਮੈਮੋਰੀਜ਼ ਕਿ ਜਦੋਂ ਆਏ ਸੀ ਉਸਲੇ 5 ਸਾਲ ਦੇ ਸੀਗੇ, ਅੱਜ 28-29 ਸਾਲ ਦੀ ਏਜ ਹੋ ਗਈ ਹੈ। ਸੋ ਵੀ ਹੈਵ ਅ ਲੋਟ ਆਫ ਹਿਸਟਰੀ ਐਂਡ ਸਟੋਰੀ ਫॉर ਦਿਸ ਕੰਪਨੀ ਫॉर ਲਾਸਟ 25 ਇਅਰਸ। ਠੀਕ ਹੈ। ਜਾਂਦੇ ਜਾਂਦੇ ਇੱਕ ਅਖੀਰਲਾ ਸਵਾਲ ਹੈ, we are on forbearance and not making payments, can we refinance? ਦੇਖੋ, ਰੀਸੈਂਟ ਪਹਿਲੇ ਸੀਗਾ ਫॉरਬेरेंस ਦੇ ਵਿੱਚ ਤੁਸੀਂ ਲੋਨ ਆਪਣਾ ਰੀਫਾਈਨੈਂਸ ਨਹੀਂ ਕਰਵਾ ਸਕਦੇ ਸੀਗੇ, ਤੁਸੀਂ ਫॉरबेरेंस ਨੂੰ ਬੰਦ ਕਰੋ, ਉਹਨੂੰ ਪੇ ਕਰੋ। ਰੀਸੈਂਟਲੀ ਡਿਵੈਲਪਮੈਂਟ ਹੋਈ ਹੈ ਕਿ ਤੁਸੀਂ ਅਗਰ ਰੀਫਾਈਨੈਂਸ ਲੈ ਰਹੇ ਸੀਗੇ ਜਾਂ ਅਗਰ ਲੈ ਰਹੇ ਹੋ ਤੇ ਉਹਨੂੰ ਬੰਦ ਕਰ ਦਿਓ। 3 ਮਹੀਨੇ ਤੁਸੀਂ ਕੰਟੀਨਿਊਸ ਪੇਮੈਂਟ ਕਰਨੀਆਂ ਨੇ। ਜਿਹੜਾ ਪੈਸਾ ਤੁਸੀਂ ਨਹੀਂ ਪੇ ਕੀਤਾ ਉਹ ਬੈਂਕ ਵਿਲ ਐਡ ਟੂ ਤੁਹਾਡੀ ਮੌਰਗੇਜ ਪ੍ਰਿੰਸੀਪਲ ਦੇ ਉੱਤੇ ਐਡ ਕਰ ਦੇਣਗੇ, ਤੁਹਾਨੂੰ ਦੇਣਾ ਨਹੀਂ ਪਏਗਾ, ਐਡ ਕਰ ਦੇਣਗੇ। ਬਟ ਨੈਕਸਟ 3 months ਯੂ ਹੈਵ ਟੂ ਮੇਕ ਦ ਪੇਮੈਂਟ। ਆਫਟਰ 3rd ਪੇਮੈਂਟ ਤੁਸੀਂ ਰੀਫਾਈਨੈਂਸ ਕਰਾ ਸਕਦੇ ਹੋ। ਸੋ ਉਹਦੇ ਵਾਸਤੇ ਅਗਰ ਤੁਹਾਨੂੰ ਕੋਈ ਤੁਸੀਂ ਅਗਰ ਕਰਨਾ ਮੋਰ ਡਿਟੇਲ ਚਾਹੀਦੀ ਹੈ, ਮੈਨੂੰ ਕਾਲ ਕਰ ਲਓ ਕਿ ਤੁਸੀਂ ਇਹ 2nd ਪੇਮੈਂਟ ਤੋਂ ਬਾਅਦ ਵੀ ਪ੍ਰੋਸੈਸ ਸ਼ੁਰੂ ਕਰ ਸਕਦੇ ਹੋ ਮੌਰਗੇਜ ਦਾ। ਐਂਡ ਜਦੋਂ ਤੁਹਾਡੀ 3rd ਪੇਮੈਂਟ ਹੋ ਜਾਏ ਅਸੀਂ ਵੀ ਕੈਨ ਡੂ ਦ ਰੀਫਾਈਨੈਂਸ ਐਂਡ ਕਲੋਜ਼ ਦ ਹਾਊਸ। 5164417000 ਇਹ ਨੰਬਰ ਟੀਵੀ ਸਕਰੀਨ ਤੇ ਚੱਲ ਰਿਹਾ ਤੇ ਇਸ ਨੰਬਰ ਤੇ ਤੁਸੀਂ ਕਾਲ ਕਰਕੇ ਜਿਹੜਾ ਹੈਗਾ ਹਰਮਨ ਸਿੰਘ ਜੀ ਨਾਲ ਰਾਬਤਾ ਕਰ ਸਕਦੇ ਹੋ। ਇਹਨਾਂ ਨੂੰ ਤੁਸੀਂ ਆਪਣੀ ਫ੍ਰੀ ਪਰਸਨਲ ਕੰਸਲਟੇਸ਼ਨ ਲਈ ਕੋਈ ਵੀ ਸਵਾਲ ਪੁੱਛ ਸਕਦੇ ਹੋ। ਰਮਨ, ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ? ਹੋਰ ਅਗਲੇ ਵੀਕ ਤੋਂ ਪਹਿਲਾਂ, ਸ਼ੋਅ ਤੋਂ ਪਹਿਲਾਂ ਮੇਰੇ ਕੋਲ ਡੱਬਾ ਪਹੁੰਚ ਜਾਣਾ ਚਾਹੀਦਾ ਜ਼ਰੂਰ। ਪਹਿਲੇ ਤੇ ਜਾਣ ਤੋਂ ਪਹਿਲੇ ਇਹ ਪੁੱਛਣਾ ਚਾਹਾਂਗਾ ਕਿ ਤੁਸੀਂ ਕਿਹੜੀ ਮਿਠਾਈ ਖਾਣੀ ਪਸੰਦ ਕਰੋਗੇ ਹਰਕੀਰਤ ਜੀ? ਜਿਹੜੀ ਤੁਸੀਂ ਭੇਜੋਗੇ ਪਿਆਰ ਨਾਲ ਅਸੀਂ ਉਹ ਖਾ ਲੈਣੀ ਹੈ। ਅੱਜ ਕੱਲ ਮਿਲਕ ਕੇਕ ਤੁਹਾਡੇ ਉੱਥੇ ਮੈਂ ਸੁਣਿਆ ਪੰਜਾਬ ਐਵੇਨਿਊ ਦੇ ਉੱਤੇ ਬੜਾ ਸਵਾਦ ਮਿਲਦਾ, ਤੇ ਤੁਸੀਂ ਉਹੀ ਸਾਨੂੰ ਭਿਜਵਾ ਦਿਓ, ਅਸੀਂ ਉਹੀ ਜ਼ਰੂਰ ਖਾ ਲਾਂਗੇ, ਛਕ ਲਾਂਗੇ ਜੋ ਤੁਸੀਂ ਭੇਜੋਗੇ ਪਿਆਰ ਨਾਲ। ਡਨ ਰਿਹਾ ਵੀਰ ਜੀ, ਡਨ ਰਿਹਾ। ਤੇ ਜਾਂਦੇ ਜਾਂਦੇ ਹਰਮਨ ਸਿੰਘ ਜੀ ਕੀ ਕਹਿਣਾ ਚਾਹੋਗੇ? ਜਾਂਦੇ ਜਾਂਦੇ ਮੈਂ ਵਿਊਅਰਸ ਨੂੰ ਇਹੋ ਕਹਿਣਾ ਚਾਹਾਂਗਾ ਕਿ ਜੋ ਵੀ ਘਰ ਵੇਚਣ ਦੀ ਸੋਚ ਰਿਹਾ ਹੈ, ਬਿਲਕੁਲ ਟਾਈਮ ਹੈਗਾ ਇਸ ਵੇਲੇ।
ਔਰ ਆਪਣੀ ਤਰਫੋਂ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਕਲਾਇੰਟ ਨੂੰ ਟੌਪ ਡਾਲਰਸ ਉਹਨਾਂ ਨੂੰ ਲੈ ਕੇ ਦਈਏ। ਅਬਵ ਆਸਕਿੰਗ ਦੀ ਗੱਲ ਮੈਂ ਤੁਹਾਨੂੰ ਦੱਸ ਹੀ ਚੁੱਕਾ ਹਾਂ, ਉਹ ਜੋ ਕਿ ਮੇਰਾ ਪਰਸਨਲ ਐਕਸਪੀਰੀਅੰਸ ਹੈ। ਤੇ ਇੱਥੇ ਤੱਕ ਕਿ ਅਗਰ ਉਹਨਾਂ ਨੂੰ ਨਾਲੋਂ ਨਾਲ ਹੀ ਦੂਸਰਾ ਘਰ ਖਰੀਦਣਾ ਜਿੱਥੇ ਮੂਵ ਵੀ ਹੋਣਾ ਹੈ, ਦੋਨੋਂ ਚੀਜ਼ਾਂ ਦੇ ਵਿੱਚ ਜੋ ਕੋਆਰਡੀਨੇਸ਼ਨ ਪੂਰੀ ਬਣਾ ਕੇ ਰੱਖਣੀ ਹੈ, ਉਹ ਅਸੀਂ ਸਾਰੇ ਦੇ ਸਾਰੇ ਇੱਥੇ ਆਪਣੇ ਟੀਮ ਮੈਂਬਰਸ ਹੈਗੇ ਨੇ। ਓਮਨੀ ਰੀਅਲਟੀ, ਓਮਨੀ ਮੌਰਗੇਜ, ਇੱਕੋ ਛੱਤ ਥੱਲੇ ਪੰਜਾਬ ਐਵਨਿਊ ਦੇ ਉੱਤੇ ਹਰਮਨ ਜੀ ਦੀ ਅਗਵਾਈ ਦੇ ਵਿੱਚ ਅਸੀਂ ਸਾਰੇ ਬੈਠੇ ਹੋਏ ਆ ਜੀ। ਸਦਕੇ ਆਓ, ਮੋਸਟ ਵੈਲਕਮ। ਤੇ ਅਸੀਂ ਹਾਂਜੀ ਜੀ ਉਹਨਾਂ ਦਾ ਹੱਥ ਫੜ ਕੇ ਉਹਨਾਂ ਨੂੰ ਸੁਪਨਿਆਂ ਦਾ ਘਰ ਵੀ ਦਵਾਵਾਂਗੇ ਤੇ ਜਿਹੜਾ ਘਰ ਹੈਗਾ ਉਹਦੇ ਵੀ ਟੌਪ ਡਾਲਰ ਦਵਾਵਾਂਗੇ। ਮਨ ਬਣਾਓ ਤੇ ਆ ਜਾਓ ਤੇ ਹਰਮਨ ਸਿੰਘ ਜੀ ਦੇ ਕੋਲ ਆਪਣੀ ਮੌਰਗੇਜ ਕਰਾਓ ਤੇ ਫਿਰ ਛਾ ਜਾਓ। ਛਾਣਾ ਤੁਸੀਂ ਹੈ, ਆਉਣਾ ਤੁਸੀਂ ਹੈ। 5164417000 ਤੇ ਫੋਨ ਘੁਮਾਣਾ ਤੁਸੀਂ ਹੈ। ਮਿਲਾਂਗੇ ਨੈਕਸਟ ਵੀਕ। ਉਸ ਦੇ ਪਹਿਲਾਂ ਜਿੰਦੇ ਰਹੋ, ਵਸਦੇ ਰਹੋ, ਆਪਣੇ ਆਪ ਨੂੰ ਖੁਸ਼ ਰੱਖੋ, ਆਪਣੇ ਮਾਪਿਓ ਨੂੰ ਖੁਸ਼ ਰੱਖੋ, ਔਰ ਹਾਂ, ਆਪਣੀ ਘਰ ਵਾਲੀ ਨੂੰ ਜ਼ਰੂਰ ਖੁਸ਼ ਰੱਖੋ ਯਾਰ। ਧੰਨਵਾਦ, ਸਤਿ ਸ੍ਰੀ ਅਕਾਲ।